ਛੁੱਟੀਆਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪੰਜਾਬ ਟੂਡੇ। ਅੱਜ ਕੁਝ ਪੰਜਾਬ ਨਾਲ ਸੰਬੰਧਿਤ ਘਟਨਾਵਾਂ ਖਬਰਾਂ ਦੇ ਉੱਤੇ ਚਰਚਾ ਕਰਨ ਵਾਸਤੇ ਅਸੀਂ ਸੱਦਾ ਦਿੱਤਾ ਹੈ ਉੱਘੇ ਚਿੰਤਕ ਨੇ ਸਾਡੇ ਸ਼ਹਿਰ ਦੇ ਸਰਦਾਰ ਹਰਪ੍ਰੀਤ ਸਿੰਘ ਜਵੰਦਾ ਜੀ, ਜਿਨ੍ਹਾਂ ਨਾਲ ਅਸੀਂ ਖਾਸ ਤੌਰ 'ਤੇ ਅਕਾਲੀ ਪੋਲੀਟਿਕਸ, ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੈ, ਧਰਮ ਪਰਿਵਰਤਨ ਦਾ ਰੌਲਾ ਰੱਪਾ ਬਹੁਤ ਹੈ। ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਜਿਹਦੇ ਦੇ ਉੱਤੇ ਚਿੰਤਾ ਕਰਨੀ ਜਾਂ ਚਿੰਤਨ ਕਰਨਾ ਵੀ ਅੱਜ ਸਮੇਂ ਦੀ ਲੋੜ ਬਣੀ ਹੋਈ ਹੈ। ਇਹਦੇ 'ਤੇ ਇਹਨਾਂ ਸਾਰੀਆਂ ਘਟਨਾਵਾਂ ਦੇ ਉੱਤੇ ਜਵੰਦਾ ਜੀ ਦੇ ਕੋਲੋਂ ਉਹਨਾਂ ਦੀਆਂ ਟਿੱਪਣੀਆਂ ਲਵਾਂਗੇ। ਜਵੰਦਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਜਵੰਦਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਖਬਰ ਦੇਣੀ ਚਾਹੁੰਦਾ, ਪਤਾ ਨਹੀਂ ਤੁਹਾਨੂੰ ਕਿਵੇਂ ਉੱਤੇ ਟਿੱਪਣੀ ਦਿਓਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਉਣ ਵਾਲੇ 25 ਸਾਲਾਂ ਵਿੱਚ ਪ੍ਰਧਾਨ ਦੇ ਅਹੁਦੇ 'ਤੇ ਰਹਿਣ ਦਾ ਜਿਹੜਾ ਸੁਪਨਾ ਉਹਨਾਂ ਲਿਆ ਸੀ ਜਾਂ ਇੱਕ ਵਾਰੀ ਅਨਾਊਂਸਮੈਂਟ ਕੀਤੀ ਸੀ, ਉਹਨੂੰ ਪੱਕੇ ਪੈਰੀਂ ਕਰ ਲਿਆ। ਉਮੀਦ ਹੈ ਕਿ ਜਿਹੜੇ ਉਹਨਾਂ ਨੇ ਐਲਾਨ ਕੀਤੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਕੀ ਹੋਣਗੀਆਂ, ਇਹਦਾ ਸੰਵਿਧਾਨ ਕੀ ਹੋਏਗਾ। ਤੁਹਾਨੂੰ ਚੇਤੇ ਹੋਣਾ ਕਿ ਕੁਛ ਚਿਰ ਪਹਿਲਾਂ ਸਾਰਾ ਸੰਵਿਧਾਨਕ ਢਾਂਚਾ ਜਿਹੜਾ ਸੀਗਾ ਉਹਨਾਂ ਨੇ ਭੰਗ ਕਰਤਾ ਸੀ। ਭੰਗ ਕਰਨ ਦੇ ਪਿੱਛੇ ਉਹ ਕਹਿੰਦੇ ਸੀ ਕਿ ਅਸੀਂ ਨਵੀਆਂ ਨੀਤੀਆਂ ਲੈ ਕੇ ਆਵਾਂਗੇ, ਨਵਾਂ ਸਿਸਟਮ ਲੈ ਕੇ ਆਵਾਂਗੇ। ਉਹ ਨਵੇਂ ਸਿਸਟਮ ਦੇ ਵਿੱਚ ਉਹਨਾਂ ਕੁਝ ਗੱਲਾਂ ਕੀਤੀਆਂ ਜੀ। ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਪ੍ਰਧਾਨ ਹੋਏਗਾ ਸ਼੍ਰੋਮਣੀ ਅਕਾਲੀ ਦਲ ਦਾ 2 ਟਰਮਾਂ ਤੋਂ ਵੱਧ ਨਹੀਂ ਹੋ ਸਕਦਾ, ਯਾਨੀ ਇੱਕ ਟਰਮ 5 ਸਾਲ ਦੀ ਹੋਏਗੀ ਔਰ ਉਹਨਾਂ ਦੀ ਆਪਦੀ ਟਰਮ ਅਜੇ ਰਹਿੰਦੀ ਹੈ, ਕਿਉਂਕਿ ਜਦੋਂ ਇਲੈਕਸ਼ਨ ਹੋਏਗੀ ਉਸ ਤੋਂ ਬਾਅਦ ਹੀ ਅਗਲੀ ਟਰਮ ਸ਼ੁਰੂ ਹੋਣੀ ਹੈ। ਹੋ ਸਕਦਾ ਦੁਬਾਰਾ ਪ੍ਰਧਾਨ ਉਹ ਚੁਣੇ ਜਾਣ ਅਤੇ ਫਿਰ 10 ਸਾਲ ਉਹੀ ਪ੍ਰਧਾਨ ਰਹਿਣ, ਫਿਰ ਕਿਸੇ ਇੱਕ ਹੋਰ ਨੂੰ ਮੌਕਾ ਮਿਲ ਜੂਗਾ, ਅਗਲੇ ਦੇ 10 ਸਾਲ ਫਿਰ ਰਹਿ ਸਕਦੇ। ਇੱਕ ਉਹਨਾਂ ਨੇ ਬੜੀ ਗੱਲ ਵਧੀਆ ਕਹੀ ਹੈ ਜੀ, ਉੱਦਾਂ ਜੇ ਲਾਗੂ ਹੋਵੇ ਤਾਂ ਉਹ ਹੈਗੀ ਜੀ 1 ਫੈਮਿਲੀ 1 ਟਿਕਟ। ਉਹ ਕਹਿੰਦੇ ਜੀ ਇਲੈਕਸ਼ਨਾਂ ਆਉਂਦੀਆਂ ਹੈਗੀਆਂ, ਸਾਰਾ ਡੱਬੇ ਇਲੈਕਸ਼ਨ ਦੇ ਵਿੱਚ ਵੋਟਾਂ ਖੜੇ ਹੋਣ ਦੀ ਕੋਸ਼ਿਸ਼ ਕਰਦਾ ਅਤੇ ਟਿਕਟਾਂ ਮੰਗਦਾ। ਪਾਰਟੀ ਦੀ ਲੀਡਰਸ਼ਿਪ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੁੰਦਾ। ਇਸ ਪ੍ਰੈਸ਼ਰ ਨੂੰ ਘਟਾਉਣ ਦੇ ਲਈ ਅਸੀਂ ਪਹਿਲੇ ਅਨਾਊਂਸ ਕਰਤਾ ਇੱਕ ਪਰਿਵਾਰ ਵਿੱਚ ਇੱਕ ਟਿਕਟ ਹੀ ਮਿਲੂਗੀ। ਇਹਦੇ 'ਤੇ ਵੀ ਤੁਹਾਡੀ ਟਿੱਪਣੀ ਲਵਾਂਗੇ। ਉਸ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਹੈਗੀ ਕਿ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ, ਇਹ ਪੰਥ ਦੀ ਵਿਰਾਸਤ ਹੈ। ਠੀਕ ਹੈ ਜੀ, ਕਿੰਨੀ ਕੁ ਵਿਰਾਸਤ ਹੈ ਵੀ ਤੁਸੀਂ ਦੱਸਿਓ, ਮਸਲਾ ਕਾਫੀ ਇਕੱਠਾ ਹੋ ਜਾਣਾ। ਇੱਕ ਉਹਨਾਂ ਨੇ ਗੱਲ ਕਹੀ ਹੈ ਜੀ ਜਿਹਦੇ 'ਤੇ ਮੈਂ ਚਾਹੂੰਗਾ ਕਿ ਬੜੀ ਖੁੱਲ੍ਹ ਕੇ ਨਿੱਠ ਕੇ ਗੱਲ ਕਰਨ ਦੀ ਲੋੜ ਹੈ। ਕੁਝ ਸਮਾਂ ਪਹਿਲਾਂ ਜਿਹੜਾ ਸੀਗਾ ਜੀ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਦੀ ਬਜਾਏ ਪੰਜਾਬੀ ਪਾਰਟੀ ਬਣਾਇਆ ਸੀ ਵੀ ਇਹ ਪੰਜਾਬੀਆਂ ਦੀ ਪਾਰਟੀ ਹੈ। ਪੰਥਕ ਪਾਰਟੀ ਵਾਲਾ ਜਿਹੜਾ ਸੀਗਾ ਮੁੱਦਾ ਉਹ ਛੱਡ ਦਿੱਤਾ ਸੀ। ਹੁਣ ਉਹਨਾਂ ਨੇ ਫਿਰ ਕਹਿ ਦਿੱਤਾ ਕਿ ਜ਼ਿਲ੍ਹਾ ਪ੍ਰਧਾਨ ਹੋਣ ਅਤੇ ਭਾਵੇਂ ਬਲਾਕ ਪ੍ਰਧਾਨ ਹੋਣ, ਭਾਵੇਂ ਯੂਥ ਪ੍ਰਧਾਨ ਹੋਵੇ ਅਤੇ ਭਾਵੇਂ ਸੂਬਾ ਕਮੇਟੀ ਦੇ ਜਿਹੜੇ ਅਹੁਦੇਦਾਰ ਹੋਣ, ਜਿਹੜੇ ਵੀ ਸਾਡੇ ਹੋਣਗੇ, ਉਹ ਸਾਰੇ ਦੇ ਸਾਰੇ ਜਿਹੜੇ ਅਹੁਦੇਦਾਰ ਆ ਉਹ ਪੂਰਨ ਗੁਰਸਿੱਖ ਹੋਣਗੇ, ਯਾਨੀ ਅੰਮ੍ਰਿਤਧਾਰੀ ਹੋਣਗੇ। ਫਿਰ ਉਹ ਪੰਜਾਬੀ ਪਾਰਟੀ ਦਾ ਸੰਕਲਪ ਜਿਹੜਾ ਸੀਗਾ, ਜਿਹਦੇ 'ਚ ਬਹੁਤ ਸਾਰੇ ਜਿਹੜੇ ਸੀਗੇ ਉਹ ਹਿੰਦੂ, ਮੁਸਲਮਾਨ, ਈਸਾਈ ਜਿਹੜੇ ਸੀ ਸ਼ਾਮਲ ਕੀਤੇ ਗਏ ਸੀ, ਉਹਨਾਂ ਦਾ ਕੀ ਬਣੂਗਾ। ਇਹ ਸਾਰੇ ਦਾ ਚਰਚਾ ਕਰਨ ਦੇ ਲਈ ਮੈਂ ਤੁਹਾਨੂੰ ਅੱਜ ਬੇਨਤੀ ਕਰਨੀ ਹੈ। ਸ਼ੁਰੂਆਤ ਇੱਥੋਂ ਕਰ ਲਓ ਕਿ ਉਹਨਾਂ ਨੇ 1 ਪਾਰਟੀ 1 ਟਿਕਟ 1 ਫੈਮਿਲੀ 1 ਟਿਕਟ ਦੀ ਜਿਹੜੀ ਅਨਾਊਂਸਮੈਂਟ ਕੀਤੀ। ਦੇਖੋ ਜੀ MP ਸਿੰਘ ਜੀ, ਸਭ ਤੋਂ ਪਹਿਲਾਂ ਹੁੰਦਾ ਹੈ ਕਿ ਤੁਹਾਡੇ ਕੋਲ ਇੱਕ ਵਹੀਕਲ ਹੈ ਅਤੇ ਉਸ ਵਹੀਕਲ ਨੂੰ ਤੁਸੀਂ ਇਹ ਡਿਸਾਈਡ ਕਰ ਰਹੇ ਹੋ ਕਿ ਇਹਦੇ ਡਰਾਈਵਰ ਸੀਟ 'ਤੇ ਕੌਣ ਬੈਠੇਗਾ। ਠੀਕ ਹੈ ਜੀ, ਇਹਦੇ ਪੈਸੇਂਜਰ ਸੀਟ 'ਤੇ ਕੌਣ ਬੈਠੇਗਾ, ਇਹਦੇ ਡਰਾਈਵਰ ਦੇ ਨਾਲ ਦੀ ਸੀਟ 'ਤੇ ਕੌਣ ਬੈਠੇਗਾ। ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ। ਬੀਇੰਗ ਏ ਓਨਰ ਆਫ ਦਾ ਵਹੀਕਲ, ਤੁਹਾਨੂੰ ਇਹ ਹੱਕ ਹੈਗਾ, ਤੁਹਾਡੀ ਰਿਸਪੋਂਸੀਬਿਲਿਟੀ ਹੈ ਇਹ ਸਾਰੀਆਂ ਚੀਜ਼ਾਂ ਬਾਰੇ ਤੁਸੀਂ ਡਿਸਾਈਡ ਕਰੋ। ਲੇਕਿਨ ਅਗਰ ਉਹ ਵਹੀਕਲ ਜਿਹੜਾ ਹੈ, ਉਹ ਜਿਹੜਾ ਇੱਕ ਵਾਹਨ ਹੈ, ਉਹ ਇੰਨੀ ਬੁਰੀ ਹਾਲਤ 'ਚ ਆ ਗਿਆ ਕਿ ਉਹਦਾ ਜਿਹੜਾ ਚੱਲਣਾ ਹੀ ਇੰਨਾ ਮੁਸ਼ਕਿਲ ਹੋ ਗਿਆ, ਉਹਦਾ ਜਿਹੜਾ ਮਤਲਬ ਚੱਲਣਾ ਹੀ ਡਾਊਟਫੁਲ ਹੈ। ਫਿਰ ਇਹਨਾਂ ਚੀਜ਼ਾਂ ਬਾਰੇ ਡਿਸਾਈਡ ਕਰਨਾ ਕਿ ਕੌਣ ਚਲਾਏਗਾ, ਕੌਣ ਪੈਸੇਂਜਰ ਸੀਟ 'ਤੇ ਬੈਠੂਗਾ, ਕੌਣ ਪਿੱਛੇ ਬੈਠੂਗਾ, ਕਿਸ ਤਰ੍ਹਾਂ ਕਰਨਾ ਤਰਕਹੀਨ ਜਿਹਾ ਲੱਗਦਾ ਹੈ। ਪਰ ਚਲੋ, ਜੇ ਪ੍ਰਧਾਨ ਨੇ ਇਹ ਚੀਜ਼ਾਂ ਬਾਰੇ ਕੁਝ ਸੋਚਿਆ ਹੈ ਅਤੇ ਮੈਂ ਤੁਹਾਨੂੰ ਇਹ ਦੱਸਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਅਗਰ ਕੋਈ ਅੱਛਾ ਸੈਂਸੀਬਲ ਇਨਸਾਨ ਜਾਂ ਸੈਂਸੀਬਲ ਪ੍ਰੈਜ਼ੀਡੈਂਟ ਹੁੰਦਾ ਤਾਂ ਇਹ ਸੋਚਦਾ ਕਿ ਪਾਰਟੀ ਨੂੰ, ਇੱਕ ਵਾਹਨ ਨੂੰ, ਇੱਕ ਵਹੀਕਲ ਨੂੰ ਬਚਾਉਣਾ ਕਿੱਦਾਂ। ਠੀਕ ਹੈ ਜੀ, ਕਿ ਇਹ ਜਿਹੜੀ ਚੱਲਦੀ ਹੈ, ਇਹ ਪਹਿਲਾਂ ਸਭ ਤੋਂ ਇਹ ਗੱਡੀ ਚੱਲਦੀ ਰਹਿਣੀ ਚਾਹੀਦੀ, ਬਾਅਦ 'ਚ ਇਹ ਚੀਜ਼ਾਂ ਡਿਸਾਈਡ ਕੀਤੀਆਂ ਜਾਣ ਕਿ ਇਹਦੇ 'ਚ ਇੱਕ ਪਾਰਟੀ ਜਾਂ ਇੱਕ ਇਨਸਾਨ ਜਿਹੜਾ ਉਹਨੂੰ ਟਿਕਟ ਦੇਣੀ ਹੈ, ਇੱਕ ਪਰਿਵਾਰ 'ਚੋਂ 2 ਨੂੰ ਦੇਣੀ ਹੈ। ਠੀਕ ਹੈ ਜੀ, ਪਰ ਮੇਰੇ ਖਿਆਲ 'ਚ ਇਹ ਚੀਜ਼ਾਂ ਬੜੀਆਂ ਹੀ ਹੋ ਗਈਆਂ ਨੇ, ਲਾਈਕ ਆਊਟਡੇਟਡ ਹੋ ਗਈਆਂ ਨੇ, ਜਾਂ
ਇਹ ਸਮੇਂ ਵਿਹੂਣੀਆਂ ਚੀਜ਼ਾਂ ਕਹਿ ਸਕਦੇ ਹੋ ਤੁਸੀਂ। ਕਨਸੈਪਟ ਬੜਾ ਵਧੀਆ ਹੈ, ਲੇਕਿਨ ਅਗਰ ਇਹ ਕਨਸੈਪਟ ਤਕਰੀਬਨ 25-30 ਸਾਲ ਪਹਿਲਾਂ ਆਇਆ ਹੁੰਦਾ ਤੇ ਇਹਦੀ ਜਿਹੜੀ ਰੈਲੀਵੈਂਸ ਹੈ, ਇਹਦੀ ਜਿਹੜੀ ਮਹੱਤਤਾ ਹੈ ਬਹੁਤ ਜ਼ਿਆਦਾ ਹੋਣੀ ਸੀ। ਮੈਨੂੰ ਯਾਦ ਹੈ ਜਦੋਂ 97 'ਚ ਇਹਨਾਂ ਦੀ ਸਰਕਾਰ ਬਣੀ ਹੈ ਸਭ ਤੋਂ ਪਹਿਲੇ, ਤੇ ਉਦੋਂ ਜਦੋਂ ਇਹਨਾਂ ਦਾ ਮੈਨੀਫੈਸਟੋ ਮੈਂ ਅੱਜ ਹੀ ਦੇਖ ਰਿਹਾ ਸੀ ਕੋਇਨਸੀਡੈਂਟਲੀ, ਉਹਦੇ 'ਚ ਸੀ ਕਿ ਅਸੀਂ ਜੀ ਝੂਠੇ ਮੁਕਾਬਲੇ ਜਿਹੜੇ ਹੋਏ ਨੇ ਉਹਨਾਂ ਦੀ ਇਨਕੁਆਇਰੀ ਕਰਵਾਵਾਂਗੇ, ਅਸੀਂ ਜਿਹੜੇ ਦਾਗੀ ਪੁਲਿਸ ਅਫਸਰ ਨੇ ਉਹਨਾਂ ਨੂੰ ਅਸੀਂ ਕਟਹਿਰੇ ਵਿੱਚ ਖੜੇ ਕਰਾਂਗੇ, ਅਸੀਂ ਜੀ ਜਸਵੰਤ ਸਿੰਘ ਖਾਲੜਾ ਦੇ ਜਿਹੜੇ ਪਰਪੀਟ੍ਰੇਟਰਸ ਹੈਗੇ ਨੇ, ਜਿਹੜੇ ਫਾਈਂਡਿੰਗਸ ਹੈਗੀਆਂ ਨੇ, ਉਹ ਜਿਨ੍ਹਾਂ ਨੇ ਉਹਨੂੰ ਸ਼ਹੀਦ ਕਰਵਾਇਆ ਹੈਗਾ, ਉਹਨਾਂ ਨੂੰ ਅਸੀਂ ਕਟਹਿਰੇ ਵਿੱਚ ਖੜੇ ਕਰਾਂਗੇ। ਠੀਕ ਹੈ ਜੀ। ਅਸੀਂ ਜਿਹੜੀ ਲਾਲੈਸਨੈਸ ਹੈ, ਅਸੀਂ ਜਿਹੜੀ ਕਰਪਸ਼ਨ ਹੈ, ਅਸੀਂ ਜਿਹੜੀ ਹੋਰ ਚੀਜ਼ਾਂ ਨੇ ਜਿਹੜੀਆਂ ਪੰਥਕ ਏਜੰਡੇ ਨੂੰ ਸੱਟ ਵੱਜੀ ਹੈ, ਉਹਨਾਂ ਨੂੰ ਅਸੀਂ ਬੈਕ ਟੂ ਦ ਟਰੈਕ ਲੈ ਕੇ ਆਵਾਂਗੇ। ਠੀਕ ਹੈ ਜੀ। ਔਰ ਮੈਂ ਪੜ੍ਹ ਰਿਹਾ ਸੀ, ਨਾਲੇ ਮੈਨੂੰ ਹਾਸਾ ਆ ਰਿਹਾ ਸੀ। ਔਰ ਕੋਇਨਸੀਡੈਂਟਲੀ ਮੈਂ ਹੁਣ ਦੇਖੋ 5 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਜੀ ਦਾ ਜਿਹੜਾ ਡਿਸਅਪੀਅਰੈਂਸ 1995 ਨੂੰ ਡਿਸਅਪੀਅਰ ਕੀਤਾ ਸੀ ਫੜ ਕੇ ਉਹਨਾਂ ਨੂੰ, ਉਹ ਦਿਨ ਆ ਰਿਹਾ ਹੈਗਾ, ਤੇ ਮੈਂ ਉਹਦੇ ਕਨਸੈਪਟ 'ਚ ਥੋੜ੍ਹੀ ਜਿਹੀ ਤਿਆਰੀ ਕਰਨੀ ਸੀ। ਮੈਂ ਕਿਹਾ ਚਲੋ ਇੱਕ ਅੱਧੀ ਵੀਡੀਓ ਦੇਖਦੇ ਹਾਂ, ਤੇ ਉਹਦੇ 'ਚ ਲਿਖਿਆ ਸੀ ਕਿ ਬੀਬੀ ਜਸਵੰਤ ਕੌਰ ਖਾਲੜਾ ਜਿਹੜੀ ਹੈ, ਉਹਨਾਂ ਦੀ ਵਾਈਫ ਪਰਮਜੀਤ ਕੌਰ ਖਾਲੜਾ, ਉਹ ਦੱਸ ਰਹੀ ਸੀ ਕਿ ਸਾਨੂੰ ਜਦੋਂ ਇਸ ਪੰਥਕ ਸਰਕਾਰ ਬਣੀ ਹੈ 97 'ਚ, ਤੇ ਅਸੀਂ ਉਹ ਮੈਨੀਫੈਸਟੋ ਲੈ ਕੇ ਗਏ ਇਹਨਾਂ ਕੋਲ, ਜਿਹੜਾ ਚੀਫ ਮਿਨਿਸਟਰ ਸੀ ਵੱਡੇ ਬਾਦਲ ਕੋਲ, ਤੇ ਵੀ ਤੁਸੀਂ ਇਹ ਕਹਿੰਦੇ ਸੀ ਕਿ ਜਦ ਸਾਡੀ ਸਰਕਾਰ ਆ ਲੈਂਦੋ ਅਸੀਂ ਸਾਰਾ ਕੰਮ ਕਰਵਾਵਾਂਗੇ, ਤੇ ਉਹ ਕਹਿੰਦੇ ਨਹੀਂ ਬੀਬੀ ਹੁਣ ਸਮਾਂ ਬਦਲ ਗਿਆ, ਹੁਣ ਤੁਹਾਨੂੰ ਇਹ ਮਸਲੇ ਭੁੱਲ ਜਾਣੇ ਚਾਹੀਦੇ ਨੇ। ਠੀਕ ਹੈ ਜੀ। ਸੋ ਮੈਂ ਇਸ ਚੀਜ਼ ਨੂੰ ਇਸ ਕਨਸੈਪਟ 'ਚ ਦੇਖ ਰਿਹਾ ਕਿ ਜਦੋਂ ਤੇ ਇਹਨਾਂ ਦੇ ਥੱਲੇ ਅੱਗ ਬਲਦੀ ਹੁੰਦੀ ਹੈ, ਪੈਰ ਇਹਨਾਂ ਦੇ ਸਾੜੇ ਹੁੰਦੇ ਨੇ, ਫਿਰ ਇਹਨਾਂ ਨੂੰ ਪੰਥਕ ਮਸਲੇ ਆ ਜਾਂਦੇ ਚੇਤੇ, ਫਿਰ ਇਹਨਾਂ ਦਾ ਹੁੰਦਾ ਕਿ ਪੰਥ ਸਾਡਾ ਖਤਰੇ 'ਚ ਹੈ, ਤੇ ਹੋਰ ਸਾਰੀ ਚੀਜ਼ਾਂ ਹੈ ਨਾ ਜੀ। ਹੁਣ ਔਰ ਜਦੋਂ ਇਹ ਪਾਵਰ 'ਚ ਹੁੰਦੇ ਆ, ਉਦੋਂ ਇਹਨਾਂ ਨੂੰ ਸਾਰਾ ਕੁਝ ਭੁੱਲ ਜਾਂਦਾ। ਹੁਣ ਤੁਸੀਂ ਗੱਲ ਕੀਤੀ ਜੀ ਕਿ ਇੱਕ ਪਰਿਵਾਰ ਇੱਕ ਟਿਕਟ, ਕਈ ਐਸੇ ਹੈਗੇ ਨੇ ਪੰਜਾਬ 'ਚ ਜਿਹੜੇ ਇਹਨਾਂ ਦੇ ਕੈਰਖੁਆਹ ਨੇ, ਜਿਨ੍ਹਾਂ ਦੇ ਪਰਿਵਾਰਾਂ ਵਿੱਚੋਂ ਪਹਿਲਾਂ ਤੇ ਇਹਨਾਂ ਦਾ ਖੁਦ ਦਾ ਪਰਿਵਾਰ ਦੇਖ ਲਓ, ਹਸਬੈਂਡ ਵਾਈਫ ਦੋਨੋਂ ਪਾਰਲੀਮੈਂਟ ਦੇ ਮੈਂਬਰ ਆ। ਹਾਂਜੀ ਹਾਂਜੀ, ਹਰਸਿਮਰਤ ਬਾਦਲ ਤੇ ਹਾਂਜੀ ਦੋਨੋਂ। ਸੁਖਬੀਰ ਬਾਦਲ। ਜਿਹੜੇ ਸਾਲਾ ਸਾਹਿਬ ਹੈਗੇ ਆ, ਉਹ ਚਲੋ ਨਹੀਂ ਅੱਜ ਉਹਨਾਂ ਦੀ ਵਾਈਫ ਜਿਹੜੀ MLA ਹੈ ਨਾ ਜੀ। ਹੋਰ ਜਿਹੜੇ ਨੇ ਜਿਹੜੇ ਕੈਰੋਂ ਪਰਿਵਾਰ ਆ, ਉਹ ਹੈ। ਠੀਕ ਹੈ ਜੀ। ਸੋ ਇਹ ਕਹਿੰਦੇ ਕਿ ਜਦੋਂ ਚੈਰਿਟੀ ਬਿਗਨਸ ਫਰਮ ਦਾ ਹੋਮ, ਅਗਰ ਘਰ ਤੋਂ ਸ਼ੁਰੂ ਕੀਤੀ ਜਾਏ, ਅਗਰ ਇਹ ਚੀਜ਼ ਇੰਪਲੀਮੈਂਟ ਕਰਨੀ ਚਾਹੁੰਦੇ ਆ, ਤੇ ਬਾਕੀ ਇੱਕ ਪੋਜੀਸ਼ਨ ਆ ਕੇ ਬਾਕੀ ਸਾਰਿਆਂ ਤੋਂ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ। 103 ਸਾਲ ਪੁਰਾਣੀ ਪਾਰਟੀ ਤੇ ਬੜਾ ਸ਼ਾਨਾ ਮੱਤਾ ਇਤਿਹਾਸ ਹੈ, 3 ਮੈਂਬਰ ਵਿਧਾਨ ਸਭਾ 'ਚ ਪਹੁੰਚੇ ਹੋਏ, ਵੱਡੀ ਪ੍ਰਾਪਤੀ ਨਹੀਂ ਹੈ? ਪ੍ਰਾਪਤੀ ਤੇ ਦੇਖੋ ਹੈ, ਪਰ ਉਹ ਕਹਿੰਦੇ ਕਿ ਇੱਕ ਬੰਦੇ ਦੇ ਕਸੂਤੇ ਦੇ ਥਾਂ ਤੇ ਰੁੱਖ ਉਗਾਇਆ, ਤੇ ਲੋਕੀ ਉਹਦੇ ਕੋਲ ਗਏ ਅਫਸੋਸ ਕਰਕੇ ਬੜੀ ਮਾੜੀ ਹੋਈ ਹੈ, ਤੇ ਉਹ ਅੱਗੋਂ ਕਹਿੰਦਾ ਇਹ 'ਚ ਮਾੜੀ ਵਾਲੀ ਕਿਹੜੀ ਗੱਲ ਹੈ, ਇਹਦੀ ਨਾਲੇ ਛਾਵੇਂ ਵਿਆਹ ਕਰਾਂਗੇ, ਨਾਲੇ ਅਸੀਂ ਆਰਾਮ ਕਰਿਆ ਕਰਾਂਗੇ। ਠੀਕ ਹੈ ਜੀ। ਉਹ ਹਿਸਾਬ ਇਹਨਾਂ ਦਾ ਕਿ ਮੈਂ ਤੇ ਟੂ ਬੀ ਵੈਰੀ ਓਨੈਸਟ ਵਿਦ ਯੂ, ਲਾਈਕ ਇਹਨਾਂ ਇਸ ਪੋਲੀਟਿਕਸ ਤੇ ਜਾਂ ਇਹਨਾਂ ਦੀ ਜਿਹੜੀ ਵੇ ਆਫ ਵਰਕਿੰਗ ਹੈ, ਇਹਨਾਂ ਤੇ ਕਈ ਵਾਰੀ ਗੱਲਬਾਤ ਕਰਨ ਨੂੰ ਦਿਲ ਨਹੀਂ ਕਰਦਾ, ਟੂ ਬੀ ਵੈਰੀ ਓਨੈਸਟ, ਹੈ ਨਾ। ਪਰ ਕੀ ਕਰੀਏ, ਹੁਣ ਦੇਖੋ ਜੀ ਪੁਰਾਣੀ ਪਾਰਟੀ ਹੈ, ਅਕਾਲੀ ਪਾਰਟੀ ਹੈ, ਬਹੁਤ ਪੁਰਾਣੀ, ਜਿਹਦੇ ਇਹ ਖੈਰਖੁਆਹ ਆਪਣੇ ਆਪ ਨੂੰ ਗਿਣਦੇ ਆ, ਤੇ ਇਹਨਾਂ 'ਤੇ ਗੱਲ ਕਰਨੀ ਸਾਡੀ ਰਿਸਪੌਂਸਿਬਿਲਿਟੀ ਵੀ ਹੈ। ਔਰ ਜੋ ਇਹਨਾਂ ਦਾ ਪਾਸਟ ਸੀ 1921 'ਚ ਜਦੋਂ ਸ਼੍ਰੋਮਣੀ ਕਮੇਟੀ ਬਣੀ ਹੈ, ਉਦੋਂ ਜੇ ਦਿੱਲੀ ਦੀਆਂ ਜਿਹੜੀਆਂ ਪਾਰਟੀਆਂ ਸੀ, ਜਿਹੜੀਆਂ ਪਾਰਟੀਆਂ ਉਸ ਟਾਈਮ 'ਤੇ ਅੰਗਰੇਜ਼ਾਂ ਦੇ ਖਿਲਾਫ ਲੜੀਆਂ ਸੀ, ਅਗਰ ਦੇਖਦੀਆਂ ਸੀ ਕਿਸੇ ਚੈਲੰਜਿੰਗ ਮਸਲੇ 'ਤੇ, ਤੇ ਉਦੋਂ ਅਕਾਲੀ ਦਲ ਉਹਨਾਂ ਨੂੰ ਚੇਤੇ ਆਉਂਦਾ ਸੀ, ਔਰ ਬੜੇ ਹੀ ਉਦੋਂ ਡੈਡੀਕੇਟਡ ਜਿਹੜੇ ਸੀ ਲੀਡਰ ਹੋਇਆ ਕਰਦੇ ਸੀ। ਪਰ ਉਸ ਸੰਦਰਭ 'ਚ ਗੱਲ ਕਰਨੀ ਬਹੁਤ ਜ਼ਰੂਰੀ ਵੀ ਹੈ, ਕਿਉਂਕਿ ਉਹ ਕਹਿੰਦੇ ਵੀ ਕਿੱਥੋਂ ਗੱਲ ਤੁਰੀ ਸੀ ਤੇ ਕਿੱਥੇ ਆ ਕੇ ਖਤਮ ਹੋ ਗਈ ਹੈ। ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਜੀ। ਦੇਖੋ, ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਪੋਲਿਟਿਕਸ ਵਿੱਚ ਅਕਾਲੀਆਂ ਦੀ ਹੋਂਦ ਰਹਿਣੀ ਚਾਹੀਦੀ। ਘੱਟ ਜਾਂ ਵੱਧ ਉਹ ਇੱਕ ਵੱਖਰੀ ਗੱਲ ਹੈ। ਅਕਾਲੀ ਦਲ ਦੀ ਹੋਂਦ ਪੰਜਾਬ ਦੇ ਵਾਸਤੇ ਜ਼ਰੂਰੀ ਹੈ, ਨਹੀਂ ਤੇ ਫਿਰ ਤੁਸੀਂ ਜਿੱਦਾਂ ਹੁਣੇ ਗੱਲ ਕੀਤੀ ਦਿੱਲੀ ਵਾਲੀਆਂ ਪਾਰਟੀਆਂ, ਫਿਰ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ, ਬਾਕੀ ਤਾਂ ਪੰਜਾਬ ਵਾਲੀ ਪਾਰਟੀ ਤਾਂ ਕੋਈ ਹੈ ਨਹੀਂ। ਠੀਕ ਹੈ ਜੀ। ਜੇ ਨਵੀਂ ਉੱਠੀ ਆਮ ਆਦਮੀ ਪਾਰਟੀ ਦਾ, ਤੇ ਉਹਦੇ ਤੇ ਦੋਸ਼ ਲੱਗਣੇ ਸ਼ੁਰੂ ਹੋ ਗਏ ਕਿ ਦਿੱਲੀੋਂ ਚੱਲਦੀ ਹੈ। ਕਾਂਗਰਸ ਪਹਿਲਾਂ ਹੀ ਦਿੱਲੀੋਂ ਚੱਲਦੀ ਸੀ, BJP ਪਹਿਲਾਂ ਹੀ ਦਿੱਲੀੋਂ ਚੱਲਦੀ ਸੀ, ਕਮਿਊਨਿਸਟ ਪਾਰਟੀਆਂ ਦਾ ਆਧਾਰ ਕੋਈ ਨਹੀਂ, ਬਹੁਜਨ ਸਮਾਜ ਪਾਰਟੀ ਲਖਨਊ ਤੋਂ ਚੱਲਦੀ ਪਈ ਹੈ, ਤੇ ਫਿਰ ਪੰਜਾਬ ਤੋਂ ਚੱਲਣ ਵਾਲੀ ਪਾਰਟੀ ਜਿਹੜੀ ਹੈ ਅੰਮ੍ਰਿਤਸਰ ਤੋਂ ਜਾਂ ਚੰਡੀਗੜ੍ਹੋਂ, ਉਹ ਫਿਰ ਅਕਾਲੀ ਦਲ ਹੀ ਕਹੀ ਜਾ ਸਕਦਾ। ਮੈਂ ਤੁਹਾਨੂੰ ਦੱਸਦਾ ਕਿ ਇੱਕ ਏਜੰਡਾ ਤੁਹਾਡੇ ਨਾਲ ਮੈਂ ਸ਼ਾਇਦ ਪਹਿਲਾਂ ਵੀ ਡਿਸਕਸ ਕੀਤਾ ਕਿ
ਜੋ ਮਰਜ਼ੀ ਹੋਵੇ ਨਾ, ਜਿਹੜੀਆਂ ਰੀਜਨਲ ਪਾਰਟੀਆਂ ਹੈ ਨਾ, ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਦਿੱਲੀ ਦੇ ਹਾੜੇ ਕੱਢਣੇ ਪੈਂਦੇ ਹੈਗੇ ਨੇ। ਠੀਕ ਹੈ ਜੀ, ਚਾਹੇ ਉਹ ਫਾਈਨਾਂਸ ਇਸ਼ੂਜ਼ ਹੈਗੇ ਨੇ, ਚਾਹੇ ਪਰ ਆਪਣੀ ਜੇ ਹੋਂਦ ਉਹਨਾਂ ਦੀ ਸਟਰੋਂਗ ਹੋਵੇ, ਹਾਂਜੀ, ਐਗਜ਼ਿਸਟੈਂਸ ਉਹਨਾਂ ਦੀ ਸਟਰੋਂਗ ਹੋਵੇ, ਤੇ ਹੋ ਸਕਦਾ ਦਿੱਲੀ ਵਾਲੀ ਵੀ ਜਿਹੜੀ ਸਰਕਾਰ ਹੈ ਉਹਦੀ ਮਜਬੂਰੀ ਬਣ ਜਾਏ ਵੀ ਉਹ ਜਿਹੜੀ ਸਟੇਟ ਜਿਹੜੀਆਂ ਇਲਾਕਾਈ ਪਾਰਟੀਆਂ ਹੈਗੀਆਂ, ਰੀਜਨਲ ਪਾਰਟੀਆਂ ਹੈਗੀਆਂ, ਉਹਨਾਂ ਨਾਲ ਬਣਾ ਕੇ ਚੱਲੇ। ਦੇਖੋ MP ਸਿੰਘ ਜੀ, ਇਹ ਤਰਾਸਦੀ ਕਹਿ ਲਓ ਜਾਂ ਇਸ ਚੀਜ਼ ਨੂੰ ਇੱਕ ਪਾਲਿਸੀ ਮੈਟਰ ਦਾ ਹਿੱਸਾ ਕਹਿ ਲਓ ਕਿ ਦਿੱਲੀ ਨੇ ਕਦੀ ਵੀ ਰੀਜਨਲ ਪਾਰਟੀਆਂ ਇਕੱਠੀਆਂ ਹੋਣ ਦਿੱਤੀਆਂ ਹੀ ਨਹੀਂ ਹੈ। ਮੈਂ ਇੱਕੋ ਟਾਈਮ 'ਤੇ ਦੇਖਿਆ ਸੀ ਜਦੋਂ ਦਿੱਲੀ ਰੀਜਨਲ ਪਾਰਟੀਆਂ ਨੇ ਇਕੱਠੀਆਂ ਹੋ ਕੇ ਦਿੱਲੀ 'ਤੇ ਕਬਜ਼ਾ ਕੀਤਾ ਸੀ, ਉਹ ਸੀ 1989 'ਚ ਜਦੋਂ ਵਿਸ਼ਵਨਾਥ ਪ੍ਰਤਾਪ ਸਿੰਘ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣਿਆ ਸੀ। ਚਲੋ ਉਹਦੀ ਅਪਰੋਚ ਡਿਫਰੈਂਟ ਸੀ, ਪਰ ਇਹ ਮੈਂ ਨਟਸ਼ਲ 'ਚ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਦਿੱਲੀ ਦੀ ਅਪਰੋਚ ਹੈ ਨਾ, ਉਹ ਇਹੋ ਹੀ ਹੈ ਕਿ ਰੀਜਨਲ ਪਾਰਟੀਆਂ ਨੂੰ ਕਦੀ ਵੀ ਇਕੱਠੇ ਨਾ ਹੋਣ ਦਿੱਤਾ ਜਾਏ। ਅਗਰ ਇਕੱਠੀਆਂ ਹੋ ਹੀ ਜਾਂਦੀਆਂ ਨੇ ਤਾਂ ਉਹਨਾਂ 'ਚ ਫੁੱਟ ਪਾਈ ਜਾਏ, ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਹ ਇੱਕ ਕਲੈਕਟਿਵ ਜਿਹੜੀ ਹੈ ਇੱਕ ਆਪੋਜੀਸ਼ਨ ਬਣ ਕੇ ਤੇ ਦਿੱਲੀ ਵਾਸਤੇ ਚੈਲੰਜ ਬਣੇ। ਹੁਣ ਗੱਲ ਆਉਂਦੀ ਹੈ ਅਕਾਲੀ ਦਲ ਦੀ। ਅਕਾਲੀ ਦਲ ਦੀ ਇਸ ਤਰ੍ਹਾਂ ਹੈ ਕਿ ਬੜੀ ਬੁਰੀ ਤਰ੍ਹਾਂ ਫੇਲ ਹੋਇਆ। ਪਾਰਟੀ ਜਿਹੜੀ ਪੋਲੀਟਿਕਸ ਹੈ ਉਹ ਭਾਰੂ ਹੋਈ ਆ। ਉਹਨਾਂ ਨੇ ਗੱਲ 'ਤੇ ਆਪਣੀਆਂ ਚਮਦੀਆਂ ਚਲਾਈਆਂ ਨੇ, ਅਤੇ ਹੁਣ ਸਿਚੁਏਸ਼ਨ ਇਹ ਆ ਗਈ ਹੈ ਕਿ ਉਹਨਾਂ ਨੂੰ ਆਪਣਾ ਪਬਲਿਕ ਪਲੇਟਫਾਰਮ 'ਤੇ ਕੋਈ ਫੰਕਸ਼ਨ ਕਰਨਾ ਵੀ ਉਹਨਾਂ ਨੂੰ ਭਾਰੂ ਪੈਂਦਾ ਹੈਗਾ। ਹਾਲਾਂਕਿ ਇਸ ਚੀਜ਼ 'ਤੇ ਬਹੁਤ ਸਾਰੇ ਕੰਟਰੀਬਿਊਟਰਸ ਹੈਗੇ ਨੇ, ਲਾਈਕ ਬੇਅਦਬੀਆਂ ਹੋਈਆਂ ਜਾਂ ਫਿਰ ਝੂਠੇ ਮੁਕਾਬਲੇ ਜਿਹੜੇ ਨੇ, ਉਹਨਾਂ ਬਾਰੇ ਕੋਈ ਇਹਨਾਂ ਨੇ ਗੱਲ ਨਹੀਂ ਕੀਤੀ। ਤੁਸੀਂ ਸ਼ਾਇਦ ਜਿਉਂਦਾ ਜੀ ਮੇਰੀ ਇੱਕ ਗੱਲ ਨਾਲ ਸਹਿਮਤ ਹੋਵੋਗੇ ਕਿ ਇਸ ਵੇਲੇ ਜਿਹੜੀ ਆਪਾਂ ਗੱਲ ਕੀਤੀ ਵੀ 103 ਸਾਲਾ ਗੌਰਵਮਈ ਇਤਿਹਾਸ ਹੋਵੇ ਕਿਸੇ ਪਾਰਟੀ ਦਾ, ਸ਼ਾਨਾ ਮੱਤਾ ਇਤਿਹਾਸ ਹੋਵੇ, ਤੇ ਉਹਦੇ ਮੈਂਬਰ ਸਿਰਫ 3 ਹੋਣ ਵਿਧਾਨ ਸਭਾ 'ਚ, ਜਿਸ ਰੀਜ਼ਨ ਨੂੰ ਉਹ ਪਾਰਟੀ ਰਿਪਰੈਜ਼ੈਂਟ ਕਰਦੀ, ਹਾਂਜੀ, ਉਹਦੇ 'ਚ ਸਿਰਫ 3 ਮੈਂਬਰ ਹੁਣ। ਸ਼ਾਇਦ ਇਹ ਮਤਲਬ ਮੰਥਨ ਕੀਤਾ ਗਿਆ, ਆਤਮ ਮੰਥਨ ਕੀਤਾ ਗਿਆ, ਆਪਣੇ ਅੰਦਰ ਝਾਤੀ ਮਾਰੀ ਗਈ, ਕਹਿੰਦੇ ਨਾ ਗਰੀਬਾਨ 'ਚ ਦੇਖਿਆ ਗਿਆ, ਤੇ ਉਹਨਾਂ ਨੇ ਇਹ ਜਿਹੜੀ ਅਨਾਊਂਸਮੈਂਟ ਹੁਣ ਇਸ ਤਰੀਕੇ ਦੀ ਕੀਤੀ ਹੈ ਤਾਂ ਕਿ ਨਵੀਂ ਰੂਹ ਫੂਕੀ ਜਾ ਸਕੇ ਆਪਦੇ ਵਰਕਰਾਂ ਵਿੱਚ ਕਿ ਤੁਹਾਡੀ ਗੱਲ ਸੁਣੀ ਜਾਊਗੀ, ਤੁਹਾਡਾ ਬਣਦਾ ਸਤਿਕਾਰ ਕੀਤਾ ਜਾਊਗਾ। ਪਰ ਇੱਕ ਗੱਲ ਜਿਹੜੀ ਮੈਨੂੰ ਥੋੜ੍ਹੀ ਜਿਹੀ ਵੱਖਰੀ ਲੱਗੀ ਆ ਕਿ ਕਿਹੜੀ ਮਜਬੂਰੀ ਬਣ ਗਈ ਇਸ ਵੇਲੇ। ਕੀ ਇਹ ਵੋਟਾਂ ਦੀ ਰਾਜਨੀਤੀ ਹੈ ਜਦੋਂ ਉਹਨਾਂ ਨੂੰ ਸੁਖਬੀਰ ਬਾਦਲ ਉਹਨਾਂ ਨੂੰ ਅਨਾਊਂਸਮੈਂਟ ਕਰਨੀ ਪੈ ਗਈ ਕਿ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਜਾਂ ਪੰਜਾਬ ਦੇ ਜਿਹੜੀ ਵੱਡੀ ਕਮੇਟੀ ਬਣੂਗੀ ਕੋਈ ਵੀ ਇਲੈਕਸ਼ਨ ਤੋਂ ਬਾਅਦ, ਉਸ ਕਮੇਟੀ ਦੇ ਸਾਰੇ ਅਹੁਦੇਦਾਰ ਜਿਹੜੇ ਹੈਗੇ ਆ ਉਹ ਪੂਰਨ ਗੁਰਸਿੱਖ ਹੋਣਗੇ, ਅੰਮ੍ਰਿਤਧਾਰੀ ਹੋਣਗੇ, ਦੂਜੇ ਨਹੀਂ ਹੋਣਗੇ। ਦੇਖੋ MP ਸਿੰਘ ਜੀ, ਇਹਨਾਂ ਦੀ ਸਿਚੁਏਸ਼ਨ ਇੰਨੀ ਮਿਜ਼ਰੇਬਲ, ਇੰਨੀ ਤਰਸਯੋਗ ਹਾਲਤ 'ਚ ਆਣ ਖਲੋਤੀ ਹੈ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਹੁਣ ਅਸੀਂ ਕੀਤਾ ਕੀ ਜਾਏ। ਇਹ ਨਾ ਤੇ ਜਿਹੜੇ ਵੋਟਰ ਨੇ, ਸਿੱਖ ਵੋਟਰ ਨੇ ਜਿਹੜੇ ਮੋਸਟਲੀ ਡੋਮੀਨੇਟ ਕਰਦੇ ਨੇ ਪਿੰਡਾਂ ਤੋਂ ਜਾਂ ਹੋਰ, ਉਹਨਾਂ ਦੀ ਸਾਈਕੀ ਸਮਝ ਨਹੀਂ ਆ ਰਹੀ ਇਹਨਾਂ ਨੂੰ, ਜਾਂ ਸਮਝ ਕੇ ਇਹ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈ। ਠੀਕ ਹੈ ਜੀ। ਔਰ ਇਹ ਸਾਰਾ ਕੁਝ ਜੋ ਹੋ ਰਿਹਾ ਨਾ, ਇਹ ਮੈਂ ਜੋ ਦੇਖਦਾ ਕਿ ਡੈਮੇਜ ਕੰਟਰੋਲ ਇੱਕ ਕਿਸਮ ਦਾ ਹੈ, ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਠੀਕ ਹੈ ਜੀ। ਇੰਟੀਰੀਅਰ 'ਚ ਜਿਹੜੇ ਇਹਨਾਂ ਦੇ ਸੁਜੈਸਟ ਕਰਦੇ ਨੇ, ਜਿਹੜੇ ਪਾਲਿਸੀ ਮੈਟਰ 'ਚ ਜਿਨ੍ਹਾਂ ਦੀ ਸੇ ਆ, ਜਿਨ੍ਹਾਂ ਦੀ ਕੋਈ ਸੁਜੈਸ਼ਨ ਦੇ ਸਕਦੇ ਆ, ਉਹ ਇਹਨਾਂ ਨੂੰ ਕਹਿੰਦੇ ਕਿ ਪ੍ਰਧਾਨ ਸਾਹਿਬ ਆਹ ਟਰਾਈ ਕਰਕੇ ਦੇਖ ਲਓ, ਇਹਦੇ ਨਾਲ ਸ਼ਾਇਦ ਥੋੜ੍ਹਾ ਬਹੁਤਾ ਮੋੜਾ ਪੈ ਜਾਏ। ਅੱਛਾ, ਉਹ ਵੀ ਨਹੀਂ ਪੈਂਦਾ ਹੈਗਾ। ਉਸ ਤੋਂ ਬਾਅਦ ਕਹਿੰਦੇ ਕਿ ਚਲੋ ਤੁਸੀਂ ਇਸ ਤਰ੍ਹਾਂ ਕਰਕੇ ਦੇਖ ਲਓ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਕੇ ਦੇਖ ਲਓ, ਸ਼ਾਇਦ ਸਿੱਖ ਵੋਟਰ। ਪਰ ਇਹ ਪ੍ਰੋਬਲਮ ਇਹ ਹੈ ਹੁਣ, ਪ੍ਰੋਬਲਮ ਕੀ, ਮੈਂ ਤਾਂ ਕਹਿੰਦਾ ਕਿ ਫੋਰਚੂਨੇਟਲੀ ਆਹ ਸਿਚੁਏਸ਼ਨ ਆ ਗਈ ਹੈ ਕਿ ਹੁਣ ਆਮ ਜਿਹੜਾ ਵੋਟਰ ਹੈਗਾ, ਆਮ ਜਿਹੜੇ ਸਿੱਖ ਨੇ, ਜਿਹੜੇ ਕਿ ਡੋਮੀਨੇਟ ਕਰਦੇ ਨੇ ਪੰਜਾਬ ਦੀ ਪੋਲੀਟਿਕਸ ਨੂੰ, ਉਹ ਇਹਨਾਂ ਦੀ ਸਾਈਕੀ ਸਮਝ ਚੁੱਕੇ ਨੇ ਕਿ ਇਹਨਾਂ ਨੇ ਜਦੋਂ ਪਾਵਰ 'ਚ ਹੁੰਦੇ ਨੇ, ਇਹਨਾਂ ਨੇ ਕਿਸੇ ਪੰਥਕ ਮਸਲੇ ਦੀ ਗੱਲ ਨਹੀਂ ਕਰਨੀ ਹੈਗੀ, ਇਹਨਾਂ ਨੇ ਕਿਸੇ ਐਮਪਲੋਇਮੈਂਟ ਦੀ ਗੱਲ ਨਹੀਂ ਕਰਨੀ, ਇਹਨਾਂ ਨੇ ਮੁੜ ਘੁੱਟ ਕੇ ਉਹੀ ਗੱਲ ਕਰਨੀ ਹੈ ਕਿ ਅੰਨਾ ਵੰਡੇ ਰਿਓੜੀਆਂ ਮੁੜ ਘਰਦਿਆਂ ਨੂੰ, ਚੇਅਰਮੈਨੀਆਂ ਤੇ ਹੋਰ ਚੀਜ਼ਾਂ ਇਹਨਾਂ ਨੇ ਆਪਣੇ ਘਰਾਂ, ਆਪਣੇ ਜਿਹੜੇ ਖੈਰ ਖਵਾ ਨੇ ਉਹਨਾਂ ਨੂੰ ਦੇਣੀਆਂ ਹੈਗੀਆਂ। ਔਰ ਜਦੋਂ ਸਾਰੀਆਂ ਪਾਰਟੀਆਂ ਇੱਦਾਂ ਕਰਦੀਆਂ ਨਹੀਂ, ਸਾਰੀਆਂ ਪਾਰਟੀਆਂ, ਲੇਕਿਨ ਇਹਨਾਂ ਨੇ ਬਹੁਤ, ਮੈਂ ਇੱਕ ਐਗਜ਼ਾਮਪਲ ਅਕਸਰ ਦੇਣਾ ਹੁੰਦਾ ਕਿ 94 'ਚ 93-94 'ਚ ਜਦੋਂ ਖਾੜਕੂ ਦਾ ਜੋਰ ਥੋੜ੍ਹਾ ਢਿੱਲਾ ਪੈ ਗਿਆ ਸੀ, ਉਦੋਂ ਪੰਜਾਬ ਦੇ ਸਿਰ 'ਤੇ ਕਰਜ਼ਾ 23,000 ਕਰੋੜ ਸੀ। ਠੀਕ ਹੈ ਜੀ, 23,000 ਕਰੋੜ। ਅਤੇ ਇਨ ਬਿਟਵੀਨ ਦੇ ਦੇਖੋ 3 ਵਾਰੀ ਇਹਨਾਂ ਦੀ ਟਰਮ ਆਈ ਹੈ। ਠੀਕ ਹੈ ਜੀ। 3 ਵਾਰੀ ਟਰਮ ਆਉਣ ਤੋਂ ਬਾਅਦ ਜਦੋਂ ਇਹ ਹੁਣ ਪਾਰਟੀ ਦੂਸਰੀ ਆਈ ਹੈ, ਅਤੇ ਹੁਣ ਤੁਸੀਂ ਦੇਖੋ 2,81,000 ਕਰੋੜ ਕਰਜ਼ਾ ਹੋ ਗਿਆ। ਇੱਕ ਕਾਲਾ ਦੌਰ ਵੱਲੋਂ ਜਿਹਨੂੰ ਕਹਿੰਦੇ ਸੀ, ਇਹ ਕਾਲਾ ਦੌਰ ਹੈ ਜੀ, ਉਹਨੂੰ ਉਹਦੇ 'ਚ ਇਸ ਤਰ੍ਹਾਂ ਹੋਇਆ, ਨੁਕਸਾਨ ਹੋਇਆ, 50 ਈਅਰਸ ਪਿੱਛੇ ਚਲਾ ਗਿਆ। ਉਦੋਂ ਤਾਂ ਸਿਰਫ 23,000 ਕਰੋੜ। ਹੁਣ ਬਾਕੀ ਕਰਜ਼ਾ ਜਿਹੜਾ ਹੈ ਉਹ ਸਿਰਫ
ਇਸ ਕਰਕੇ ਹੋਇਆ, ਐਡਅਪ ਹੋਇਆ ਕਿ ਦਿੱਲੀ ਉਹਨੇ ਕੇਸ ਵੱਟੀ ਰੱਖੀ, ਠੀਕ ਹੈ ਜੀ, ਇੰਨਾ ਪੈਸਾ ਚਾਹੀਦਾ ਰੀਹੈਬਿਲਿਟੇਸ਼ਨ ਵਾਸਤੇ, ਪਰਿਵਾਰਾਂ ਨੂੰ ਵਸਾਉਣ ਵਾਸਤੇ, ਇਸ ਵਾਸਤੇ ਉਧਰ ਨਹੀਂ ਖਰਚਾ ਕੁਝ ਵੀ, ਦਈ ਜਾਓ, ਠੀਕ ਹੈ ਜੀ, ਇਹਨਾਂ ਦੇ ਖਾਤੇ 'ਚ ਲਿਖੋ। ਮਤਲਬ ਉਹਨੇ ਇੱਕ ਐਸੇ ਇੱਕ ਸਰਮਾਏਦਾਰ ਦੀ ਭੂਮਿਕਾ ਨਿਭਾਈ ਕਿ ਜਿਹੜਾ ਪੈਸਾ ਤੁਹਾਨੂੰ ਉਧਾਰ ਦੇ ਦਿੰਦਾ ਲੇਕਿਨ ਤੁਹਾਡੇ ਖਾਤੇ 'ਚ ਲਿਖੀ ਜਾਂਦਾ, ਵਿੱਚ ਐਡ ਜਿਹੜਾ ਇੰਟਰਸਟ ਹੈ ਉਹ ਵੀ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ। ਤੁਸੀਂ ਇੱਕ ਲਾਂਭਾ ਦਿੰਦੇ ਹੋ ਜੀ, ਹਾਂਜੀ, ਕਿ ਮੈਨੀਫੈਸਟੋ ਦੇ ਵਿੱਚ ਇਹ ਗੱਲਾਂ ਕਰਦੇ ਆ ਕਿ ਅਸੀਂ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਉਹਨਾਂ ਦੀ ਜਾਂਚ ਕਰਾਵਾਂਗੇ, ਜ਼ਿੰਮੇਵਾਰਾਂ ਨੂੰ ਸਜ਼ਾਵਾਂ ਦੇਵਾਂਗੇ, ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ। ਹੁਣ ਇੱਕ ਭਖ ਦਾ ਮਸਲਾ ਪੰਜਾਬ ਦੇ ਵਿੱਚ ਖਾਸ ਕਰਕੇ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਇਹ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਸੀਗੀਆਂ। ਵਿਧਾਨ ਸਭਾ ਦੀ ਇਲੈਕਸ਼ਨਾਂ ਦੇ ਵਿੱਚ ਵੀ ਇਹ ਗੱਲ ਚੱਲੀ, ਬੰਦੀ ਸਿੰਘਾਂ ਵਾਲੀ ਗੱਲ। ਸੰਗਰੂਰ ਦੀ ਪਾਰਲੀਮੈਂਟਰੀ ਇਲੈਕਸ਼ਨ ਜਿੱਥੋਂ ਭਗਵੰਤ ਮਾਨ ਪਾਰਲੀਮੈਂਟ ਦੇ ਮੈਂਬਰ ਹੁੰਦੇ ਸੀ, ਉਹਨਾਂ ਨੇ ਅਸਤੀਫਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਤੇ ਫਿਰ ਇਲੈਕਸ਼ਨ ਉੱਥੇ ਹੋਣੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਬੰਦੀ ਸਿੰਘਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਇੱਕ ਸਰਬਸੰਮਤੀ ਨਾਲ ਉਮੀਦਵਾਰ ਬਣਾ ਲਿਆ ਜਾਵੇ। ਸਰਬਸੰਮਤੀ ਤਾਂ ਹੋਈ ਨਹੀਂ। ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਮੀਟਿੰਗ ਸੱਦੀ ਗਈ, ਸਾਰੀਆਂ ਜਿੰਨੀਆਂ ਵੀ ਪੰਥਕ ਦੇ ਨਾਲ ਆਪਣੇ ਆਪ ਨੂੰ ਕਹਾਉਂਦੀਆਂ, ਸਿੱਖ ਆਗੂ ਕਹਾਉਂਦੇ ਸਾਰੇ ਆਏ, ਦਿੱਲੀ ਵਾਲੇ ਵੀ ਆਏ, ਪੰਜਾਬ ਵਾਲੇ ਵੀ ਸੀਗੇ। ਰੌਲਾ ਰੱਪਾ ਜਿਹਾ ਪੈ ਕੇ ਗੱਲ ਠੰਡੀ ਹੋ ਗਈ ਨਹੀਂ, ਜਾਂ ਕਹਿ ਲਓ ਵੀ ਉੱਥੇ ਮੁੜ ਕੇ ਗੱਲ ਹੀ ਨਹੀਂ ਹੋਈ। ਪਰ ਉੱਥੋਂ ਸਿਮਰਨਜੀਤ ਸਿੰਘ ਮਾਨ ਚੰਗੀ ਵੱਡੀ ਜਿੱਤ ਪ੍ਰਾਪਤ ਕਰ ਗਿਆ। ਜਿਨ੍ਹਾਂ ਨੂੰ ਖੜਿਆ ਕੀਤਾ ਗਿਆ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ 5ਵੇਂ ਨੰਬਰ ਦੀ ਪੋਜੀਸ਼ਨ ਮਿਲੀ, ਜ਼ਮਾਨਤ ਜ਼ਬਤ ਹੋ ਗਈ, ਠੀਕ ਹੈ ਜੀ। ਪਰ ਬੰਦੀ ਸਿੰਘਾਂ ਦਾ ਮਸਲਾ ਲੱਗਦਾ ਸੀਗਾ ਕਿ ਅਕਾਲੀ ਦਲ ਵਾਸਤੇ ਇੱਕ ਸਹਾਰਾ ਹੋ ਸਕਦਾ ਪਾਰ ਲੰਘਣ ਦਾ। ਉਹ ਗੱਲ ਬਣੀ ਨਹੀਂ। ਸ਼੍ਰੋਮਣੀ ਕਮੇਟੀ ਨੇ ਇੱਕ ਸਪੈਸ਼ਲ ਅਜਲਾਸ ਸੱਦਿਆ ਜੀ 2 ਦਿਨ ਪਹਿਲਾਂ। ਸਪੈਸ਼ਲ ਅਜਲਾਸ ਸੱਦ ਕੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਢਿੱਲ ਲਾ ਦਾਂਗੇ ਜੀ, ਪੂਰਾ ਜ਼ੋਰ ਲਾ ਦਾਂਗੇ, ਕੁਰਬਾਨੀ ਕਰ ਦਾਂਗੇ, ਜੋ ਵੀ ਕਰਨੀ ਪਈ। ਨਵਾਂ ਫੈਸਲਾ ਕੀਤਾ ਜੀ, ਜ਼ਿਲ੍ਹਾ ਪੱਧਰ ਤੇ ਧਰਨੇ ਮਾਰੇ ਜਾਣਗੇ। DC ਦਫ਼ਤਰ ਜਿੰਨੇ ਵੀ 23 ਜ਼ਿਲ੍ਹੇ ਆ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਤੇ ਹਰਿਆਣੇ ਵਿੱਚ ਵੀ, ਚੰਡੀਗੜ੍ਹ ਵਿੱਚ ਵੀ ਜ਼ਿਲ੍ਹਾ ਦੇ ਜਿਹੜੇ ਡਿਪਟੀ ਕਮਿਸ਼ਨਰ ਆ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਮਾਰਾਂਗੇ, ਕਾਲੇ ਚੋਲੇ ਪਾਵਾਂਗੇ ਤੇ ਗਲਾਂ ਦੇ ਵਿੱਚ ਸੰਗਲਾਂ ਦੇ ਹਾਰ ਪਾਵਾਂਗੇ। ਆਪਣੇ ਆਪ ਨੂੰ ਅਸੀਂ ਬੰਦੀ ਸਾਬਤ ਕਰਾਂਗੇ ਤੇ ਇਹ ਮੰਗ ਕਰਾਂਗੇ ਕਿ ਸਾਨੂੰ ਛੁਟਕਾਰਾ ਕਦੋਂ ਮਿਲੂਗਾ। ਨਾਲ ਦੀ ਨਾਲ ਇੱਕ ਦਸਤਖਤੀ ਮੁਹਿੰਮ ਚਲਾਉਣ ਦੀ ਗੱਲ ਕੀਤੀ ਹੈ। ਕੀ ਲੱਗਦਾ ਜੀ ਇਹ ਵੀ ਰਾਜਨੀਤਿਕ ਚਾਲ ਆ ਕੋਈ, ਜਾਂ ਕੋਈ ਹੈ ਸੰਵੇਦਨਸ਼ੀਲਤਾ ਇਹਦੇ 'ਚ? ਕੋਈ ਇਹਦੇ 'ਚ ਨਿੱਕੇ ਪੈਸੇ ਜਿੰਨੀ ਵੀ ਸੰਵੇਦਨਸ਼ੀਲਤਾ ਨਹੀਂ ਹੈ। ਸਗੋਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਆਪਣੀ ਮਿੱਟੀ ਪਲੀਤ ਹੋਰ ਕਰਨ ਜਾ ਰਹੀ ਹੈ ਇਸ ਮਾਮਲੇ 'ਚ, ਠੀਕ ਹੈ ਜੀ। ਇਸ ਕਰਕੇ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਨਹੀਂ ਹੈ ਧਰਨੇ ਮਾਰਨੇ। ਨਹੀਂ, ਪਰ ਸ਼੍ਰੋਮਣੀ ਮੰਗ ਨੂੰ ਤਾਂ ਕੁਝ ਨਹੀਂ ਕਹਿ ਸਕਦੇ, ਮੰਗ ਤਾਂ ਜਾਇਜ਼ ਹੀ ਹੈ। ਨਹੀਂ, ਮੰਗ ਅਗਰ ਕਰਨੀ ਹੈ, ਦੇਖੋ ਸ਼੍ਰੋਮਣੀ ਕਮੇਟੀ ਬੇਸਿਕਲੀ ਆਪਣਾ ਜਿਹੜਾ ਘਰ ਪਹਿਲਾਂ ਉਹਨੂੰ ਆਰਡਰ 'ਚ ਕਰੇ। ਸ਼੍ਰੋਮਣੀ ਕਮੇਟੀ ਜਿਹੜੀ ਇਹ ਥੋੜੀ ਹੈ ਕਿ ਅਕਾਲੀ ਦਲ ਦਾ ਜਿਹੜਾ ਇੱਕ ਮੁੱਦਾ ਲੈ ਕੇ ਉਹਨੂੰ ਲੈ ਕੇ ਇੱਕ ਟਾਰਚ ਬੀਰਰ ਬਣ ਕੇ ਤੇ ਉਹ ਕਹੇ ਵੀ ਬੇਸਿਕਲੀ ਕੀ ਹੋ ਰਿਹਾ ਹੈ ਕਿ ਸਿਰਫ ਅਕਾਲੀ ਦਲ ਨੂੰ ਬੈਕ ਟੂ ਦਾ ਟਰੈਕ ਲਿਆਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਸਾਂਝੀ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਸੇ ਤਰ੍ਹਾਂ ਜਿਹੜਾ ਖੁੱਸਿਆ ਜਿਹੜਾ ਇੱਕ ਵਕਾਰ ਸੀ ਉਹ ਹਾਸਿਲ ਕੀਤਾ ਜਾ ਸਕੇ। ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ, ਇੱਕ ਹਿੰਦੀ 'ਚ ਇੱਕ ਕਹਾਵਤ ਹੈ, ਵਿਪਰੀਤ ਕਾਲੇ ਬੁੱਧੀ ਵਿਲੀਨ। ਜਦੋਂ ਮਾੜਾ ਟਾਈਮ ਆਉਂਦਾ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਸੋ ਮੇਰੇ ਖਿਆਲ 'ਚ ਸ਼੍ਰੋਮਣੀ ਕਮੇਟੀ ਦੀ ਜਿਹੜੀ ਬੁੱਧੀ ਹੈ ਉਹ ਭ੍ਰਿਸ਼ਟ ਹੋ ਚੁੱਕੀ ਹੈ ਇਸ ਮਾਮਲੇ 'ਚ। ਮੈਂ ਤਾਂ ਇਸ ਚੀਜ਼ ਨੂੰ ਮੰਨਦਾ, ਕਿਉਂਕਿ ਉਹਨਾਂ ਦਾ ਕੰਮ ਨਹੀਂ ਹੈ ਕਿ ਜ਼ਿਲ੍ਹੇ ਪੱਧਰ 'ਤੇ ਜਾ ਕੇ, ਪਹਿਲੀ ਗੱਲ ਤਾਂ ਇੱਕ ਜਿਹੜੀ ਕਮੇਟੀ, ਇੱਕ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਹੈ 1921 'ਚ ਬਣੀ ਸੀ, ਜਿਹਦੀ ਨੈਸ਼ਨਲ ਲੈਵਲ ਤੱਕ ਸੇ ਹੋਇਆ ਕਰਦੀ ਸੀ, ਉਹ ਇੱਕ ਡਿਸਟ੍ਰਿਕਟ ਐਡਮਿਨਿਸਟ੍ਰੇਟਰ ਜਿਹੜਾ ਹੈਗਾ, ਇੱਕ ਚੁਣਿਆ ਹੋਇਆ ਜਿਹੜਾ ਇੱਕ ਪ੍ਰਸ਼ਾਸਕ ਹੈ, ਉਹਦੇ ਅੱਗੇ ਜਾ ਕੇ ਤੁਸੀਂ ਬੈਠੋਗੇ ਕਾਲੇ ਚੋਲੇ ਪਾ ਕੇ। ਚੁਣਿਆ ਹੋਇਆ ਨਹੀਂ, ਅਪੁਆਇੰਟਡ ਹੈ ਨਾ, ਅਪੁਆਇੰਟਡ ਹੈ ਗਵਰਨਮੈਂਟ ਦਾ, ਠੀਕ ਹੈ ਜੀ। ਤੋ ਦੂਜੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਤੁਸੀਂ ਦੇਖੋ, ਗੁਰੂ ਰਾਮਦਾਸ ਹਸਪੀਟਲ ਹੈ ਜੀ ਅੰਮ੍ਰਿਤਸਰ, ਉਹਦੇ 'ਚ ਕਈ ਤਰ੍ਹਾਂ ਦੀਆਂ ਉਣਤਾਈਆਂ ਹੈਗੀਆਂ ਨੇ, ਕਈ ਤਰ੍ਹਾਂ ਦੇ ਚਰਚਾ ਰਹਿੰਦੀ ਹਮੇਸ਼ਾ, ਠੀਕ ਹੈ ਜੀ। ਸ਼੍ਰੋਮਣੀ ਕਮੇਟੀ ਦੇ ਅੰਡਰ ਜਿਹੜੇ ਚੱਲਦੇ ਸਕੂਲ ਨੇ ਉਹਨਾਂ 'ਚ ਮਿਸਮੈਨੇਜਮੈਂਟ ਹੈ, ਠੀਕ ਹੈ ਜੀ। ਸ਼੍ਰੋਮਣੀ ਕਮੇਟੀ ਦੇ ਅੰਡਰ ਜਿਹੜੀਆਂ ਹੋਰ ਚੀਜ਼ਾਂ ਨੇ, ਕਮਰਸ਼ੀਅਲ ਪਲੇਸਿਸ ਹੈਗੀਆਂ ਜਿਹੜਾ ਉਹ ਓਨ ਕਰਦੇ, ਉਹ 'ਚ ਕਈ ਤਰ੍ਹਾਂ ਦੇ ਘਪਲੇ ਹੈਗੇ ਜੀ। ਈਵਨ ਜਿਹੜੀਆਂ ਹੋਰ ਚੀਜ਼ਾਂ ਨੇ ਉਹਨਾਂ 'ਚ ਵੀ ਕਈ ਤਰ੍ਹਾਂ ਦੇ ਜਿਹੜੇ ਡਰਾਬੈਕਸ ਹੈਗੇ ਨੇ, ਉਹਨਾਂ ਨੂੰ ਰਿਸਪੋਂਸੀਬਿਲਿਟੀ ਇਹ ਬਣਦੀ ਹੈ। ਹੁਣ ਧਰਮ ਪ੍ਰਚਾਰ ਹੈ, ਮੈਂ ਕੱਲ੍ਹ ਇੱਥੇ ਆ ਰਿਹਾ ਸੀ ਕੁਇਟਨ 'ਤੇ 3 ਗੋਰੇ ਇੱਕ
ਛਾਵੇਂ ਖੜੇ ਹੋ ਕੇ ਕੋਟ ਪੈਂਟ ਪਾ ਕੇ ਤੇ ਉਹਨਾਂ ਨੇ ਇੱਕ ਸਟਾਲ ਲਾਇਆ ਜੀ ਰੈਂਡਮ ਪਲੇਸ ਤੇ ਉੱਤੇ ਲਿਖਿਆ ਜੀ ਹਿਸਟਰੀ ਆਫ ਬਾਈਬਲ। ਠੀਕ ਹੈ ਜੀ। ਉਹ ਜਿਹੜਾ ਆਉਂਦਾ ਜਾਂਦਾ ਸੀ ਉਹਨਾਂ ਨੂੰ ਵੰਡ ਰਹੀ ਸੀ। ਮੈਨੂੰ ਆ ਚੇਤਾ, ਮੈਂ ਕਿਹਾ ਸ਼੍ਰੋਮਣੀ ਕਮੇਟੀ ਆਪਣੀ ਲਾਏਗੀ ਇਸ ਤਰ੍ਹਾਂ ਕਿ ਰੈਂਡਮ ਪਲੇਸਿਸ ਤੇ ਜਾਂ ਕਰਕੇ ਖੜੇ ਹੋ ਕੇ ਜੀ ਕਿ ਹਿਸਟਰੀ ਆਫ ਗੁਰੂ ਗ੍ਰੰਥ ਸਾਹਿਬ ਛੋਟੇ ਛੋਟੇ ਕਿਤਾਬ 'ਚ ਆਉਂਦੇ ਜਾਂਦੇ ਲੋਕਾਂ ਨੂੰ ਦੇਣ। ਠੀਕ ਹੈ ਜੀ। ਸੋ ਇਹ ਚੀਜ਼ਾਂ ਨੇ ਸ਼੍ਰੋਮਣੀ ਕਮੇਟੀ ਵਾਸਤੇ ਇਹ ਚੀਜ਼ਾਂ ਕਰਨ ਦੀ ਲੋੜ ਆ, ਨਾ ਕਿ ਧਰਨੇ ਲਾਉਣ ਦੀ। ਧਰਨੇ ਲਾਉਣ ਦੀ ਅਗਰ ਤੇ ਇਹ ਬੇਸਿਕਲੀ ਇੱਕ ਅਨਪੜ੍ਹ ਬੰਦਾ ਜਿਹੜਾ ਬਿਲਕੁਲ ਜਿਹਨੂੰ ਕੋਈ ਜਾਣਕਾਰੀ ਨਹੀਂ ਇਹਦੇ ਬਾਰੇ 'ਚ, ਉਹ ਵੀ ਕਹੇਗਾ ਕਿ ਇਹ ਕਿਸੇ ਤੀਜੀ ਧਿਰ ਨੂੰ ਬੈਕ ਟੂ ਦਾ ਟਰੈਕ ਲਿਆਉਣ ਦਾ ਇੱਕ ਫਾਰਮੂਲਾ ਹੈ। ਸ਼੍ਰੋਮਣੀ ਕਮੇਟੀ ਦੀ ਗੱਲ ਆਪਾਂ ਕਰ ਲਈਏ ਜੀ ਨਾਲ ਦੀ ਨਾਲ ਹੀ, ਉਹ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਹ ਜਿਹੜਾ ਮੁੱਦਾ ਹੁਣ ਚੱਕਿਆ, ਮੁੱਦੇ 'ਚ ਮੈਨੂੰ ਲੱਗਦਾ ਨੁਕਸ ਨਹੀਂ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ। ਜਿਹੜੇ ਭਾਵੇਂ ਕੋਈ ਵੀ ਉਹਨਾਂ ਤੇ ਦੋਸ਼ ਹੋਣ, ਜਦੋਂ ਆਪਦੀ ਬਣਦੀ ਸਜ਼ਾ ਭੁਗਤ ਚੁੱਕੇ ਆ, ਦੋਸ਼ ਭਾਵੇਂ ਜਿੱਦਾਂ ਦਾ ਮਰਜ਼ੀ ਹੈਗਾ, ਜੇ ਸਜ਼ਾ ਜਿਹੜੀ ਕੋਰਟ ਨੇ ਦਿੱਤੀ ਆ ਉਹ ਤੋਂ ਬਾਅਦ ਉਹਦੀ ਰਿਹਾਈ ਜਿਹੜੀ ਹੋ ਜਾਣੀ ਚਾਹੀਦੀ। ਇਹਦੇ 'ਚ ਰੁਕਾਵਟਾਂ ਕੌਣ ਪਾ ਰਿਹਾ ਹੈਗਾ, ਜ਼ਿੰਮੇਵਾਰ ਉਹ ਹੈਗਾ। ਸਾਨੂੰ ਇਸ ਗੱਲ 'ਚ ਕੋਈ ਜਿਹੜੀ ਸਾਡੀ ਦੋ ਰਾਏ ਨਹੀਂ ਹੈ, ਦੂਜੀ ਰਾਏ ਨਹੀਂ ਹੈ ਕਿ ਉਹਨਾਂ ਨੂੰ ਰਿਹਾਅ ਨਾ ਕੀਤਾ ਜਾਵੇ, ਕੀਤਾ ਜਾਵੇ। ਹੋ ਸਕਦਾ ਕੁਝ ਸਿਆਸੀ ਲੋਕ, ਸਿਆਸੀ ਪਾਰਟੀਆਂ ਇਹ ਰਿਹਾਈ ਦੇ ਹੱਕ ਵਿੱਚ ਨਾ ਹੋਣ, ਇੰਡੀਵਿਜੂਅਲ ਵੀ ਹੋ ਸਕਦੇ। ਸ਼੍ਰੋਮਣੀ ਕਮੇਟੀ ਦਾ ਹਾਲ ਇਹ ਹੈ ਜੀ ਕਿ ਉਹਨਾਂ ਤੋਂ ਅਲੱਗ ਹੋਏ ਹਰਿਆਣਾ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਹ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਸ਼੍ਰੋਮਣੀ ਕਮੇਟੀ ਵੱਲੋਂ ਚੁੱਕਿਆ ਜਾ ਰਿਹਾ ਜਾਂ ਬਾਦਲ ਅਕਾਲੀ ਦਲ ਵੱਲੋਂ ਚੁੱਕਿਆ ਜਾ ਰਿਹਾ, ਨਿਰੋਲ ਰਾਜਨੀਤਿਕ ਹੈ ਔਰ ਇਹ ਬਾਦਲ ਪਰਿਵਾਰ ਨੂੰ ਬਚਾਉਣ ਦੀ ਇੱਕ ਸੋਚੀ ਸਮਝੀ ਸਕੀਮ ਹੈ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ, ਦਿੱਲੀ ਦੀ ਗੱਲ ਕਰ ਲਈਏ, ਦਿੱਲੀ ਕਮੇਟੀ ਉੱਤੇ ਬਾਦਲ ਦਲ ਦਾ ਕਬਜ਼ਾ ਹੁੰਦਾ ਸੀਗਾ। ਠੀਕ ਹੈ ਜੀ। ਉਹ ਕਬਜ਼ਾ ਟੁੱਟ ਗਿਆ। ਬਾਦਲ ਦਲ ਦਾ ਵੱਡਾ ਜਿਹੜਾ ਪ੍ਰਧਾਨ ਸੀਗਾ ਉਹ ਬੀਜੇਪੀ 'ਚ ਸ਼ਾਮਿਲ ਹੋ ਗਿਆ, ਵਿਚੋਲਗਿਰੀ ਕਰਨ ਲੱਗ ਪਿਆ। ਬੀਜੇਪੀ ਪ੍ਰਧਾਨ ਮੰਤਰੀ ਨਾਲ ਨੇੜਤਾ ਬਹੁਤੀ ਜ਼ਿਆਦਾ ਹੋ ਗਈ। ਉਹਨੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਅਕਾਲੀ ਦਲ ਦੇ ਵਿੱਚੋਂ ਜਾਂ ਹੋਰਾਂ ਪਾਰਟੀਆਂ 'ਚੋਂ ਪੱਟ ਕੇ ਲਿਆ ਕੇ ਬੀਜੇਪੀ ਦੇ ਪੈਰਾਂ 'ਚ ਖੜੇ ਕਰ ਦਿੱਤੇ, ਬਿਠਾ ਦਿੱਤੇ। ਠੀਕ ਹੈ ਜੀ। ਉਹ ਕਮੇਟੀ ਵੀ ਇਸ ਵੇਲੇ ਬਾਦਲ ਅਕਾਲੀ ਦਲ ਦੇ ਨਾਲ ਨਹੀਂ ਹੈ। ਕਿਤੇ ਇੱਦਾਂ ਦਾ ਤਾਂ ਨਹੀਂ ਲੱਗ ਰਿਹਾ ਵੀ ਕੋਈ ਹੋਰ ਅੰਦਰੋਂ ਹੀ ਫੁੱਟ ਪੈ ਜਾਵੇ, ਕੋਈ ਕੱਲ੍ਹ ਨੂੰ ਬਾਦਲ ਅਕਾਲੀ ਦਲ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਤੇ ਟੁੱਟ ਜਾਵੇ। ਇਹ ਇਸ ਤਰੀਕੇ ਦੇ ਕੋਈ ਲੱਗਦੀ ਕੋਈ ਮੁਹਿੰਮ ਜੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਘੱਟੋ ਘੱਟ ਪੰਜਾਬ ਦੇ ਜਿਹੜੇ ਥੋੜ੍ਹੇ ਜਿਹੇ ਬੰਦੇ ਬਚੇ ਹੈਗੇ ਆ, ਇਹੀ ਉਹ ਕਾਬੂ 'ਚ ਰੱਖ ਲੈ ਜਾਣ। ਦੇਖੋ MP ਸਿੰਘ ਜੀ, ਇੱਕ ਕਹਿੰਦੇ ਵੀ ਕਹਾਵਤ ਹੈ ਪੰਜਾਬੀ 'ਚ ਕਿ ਜੇ ਸਾਰਾ ਧਨ ਲੁੱਟਦਾ ਹੋਇਆ ਦਿਸਦਾ ਹੋਏ ਤੇ ਅੱਧਾ ਲੁਟਾ ਦੇਣਾ ਚਾਹੀਦਾ ਆਪ ਹੀ, ਤੇ ਅੱਧਾ ਬਚਾ ਕੇ ਰੱਖ ਲੈਣਾ ਚਾਹੀਦਾ। ਹੁਣ ਇਹ ਹੈ ਕਿ ਅਕਾਲੀ ਦਲ ਕੋਲ ਲੈ ਦੇ ਕੇ ਸਿਰਫ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਬਚੀ ਹੈ। ਠੀਕ ਹੈ ਜੀ। ਇਹਦੇ 150 155 ਔਡ ਮੈਂਬਰਸ ਹੁੰਦੇ ਆ ਔਰ ਜਿਹੜੀ ਉਹਨਾਂ ਦੀ ਸਿਲੈਕਸ਼ਨ ਹੁੰਦੀ ਆ ਉਹਦੇ ਉਹ ਵੀ ਕਿਤੇ ਵੱਖਰਾ ਇੱਕ ਵਿਸ਼ਾ ਹੈ, ਕੀ ਹੁੰਦਾ ਉਹਦੇ 'ਚ ਨਾ ਜੀ। ਹੁਣ ਇਹਦੇ 'ਚ ਇਹ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਪੁਆਇੰਟ ਕਰਦੀ ਹੈ। ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਉੱਥੇ ਚੁਣਿਆ ਜਾਂਦਾ ਹੈ। ਲੇਕਿਨ ਗੱਲ ਫਿਰ ਉੱਥੇ ਆਉਂਦੀ ਹੈ ਕਿ ਇਹ ਐਕਚੁਅਲੀ ਯੂਨੈਨਿਮਸ ਓਪੀਨੀਅਨ ਦੇ ਨਾਲ ਚੁਣਿਆ ਜਾਂਦਾ ਕਿ ਕਿਸੇ ਬੰਦ ਲਿਫਾਫੇ ਰਾਹੀਂ ਬਾਹਰੋਂ ਆਉਂਦਾ ਹੈ ਤੇ ਉਹ ਲਿਫਾਫਾ ਖੋਲ੍ਹਿਆ ਆਉਂਦਾ ਬਾਹਰੋਂ ਹੀ ਆ ਜੀ, ਪਤਾ ਆਉਂਦਾ ਬਾਹਰੋਂ ਕੌਣ ਖੋਲ੍ਹਦਾ ਉਹ ਵੀ ਤੁਹਾਨੂੰ ਪਤਾ ਹੈਗਾ ਹੈ ਨਾ ਜੀ। ਔਰ ਕਿਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਉਸ ਲਿਫਾਫੇ 'ਚ ਇੱਕ ਸਪੈਸੀਫਿਕ ਨਾਂ ਪਾਇਆ ਜਾਂਦਾ ਇਹ ਵੀ ਤੁਹਾਨੂੰ ਪਤਾ ਹੈਗਾ। ਠੀਕ ਹੈ ਜੀ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਕਮੇਟੀ ਸ਼੍ਰੋਮਣੀ ਕਮੇਟੀ ਇੱਕ ਐਸਾ ਅਕਾਲੀ ਦਲ ਇੱਕ ਐਸਾ ਤੋਤਾ ਜਿਹਦੀ ਜਾਨ ਉਸ ਸ਼੍ਰੋਮਣੀ ਕਮੇਟੀ ਦੇ ਵਿੱਚ ਹੈ। ਠੀਕ ਹੈ ਜੀ। ਜਦੋਂ ਉਸ ਕਮੇਟੀ ਦੀ ਧੌਣ ਮਰੋੜੀ ਗਈ ਜਾਂ ਕੋਈ ਮਰੋੜਨ ਦੀ ਕੋਸ਼ਿਸ਼ ਕਰਦੀ ਤੇ ਪੀੜ ਉਹਨੂੰ ਅਕਾਲੀ ਦਲ ਨੂੰ ਹੁੰਦੀ ਹੈ। ਸੋ ਇਹ ਹੈ ਕਿ ਅਕਾਲੀ ਦਲ ਜਿਹੜਾ ਹੈ ਜਾਂ ਇਹ ਪਰਿਵਾਰ ਜਿਹੜਾ ਹੈ, ਮੈਂ ਤੇ ਇਹ ਕਹੂੰਗਾ ਇਹ ਪਰਿਵਾਰ ਜਿਹੜਾ ਹੈ ਇਹ ਕਦੀ ਵੀ ਨਹੀਂ ਚਾਹੇਗਾ ਕਿ ਸ਼੍ਰੋਮਣੀ ਕਮੇਟੀ ਉਹਨਾਂ ਦੇ ਹੱਥਾਂ 'ਚੋਂ ਨਿਕਲ ਜਾਏ। ਤੇ ਉੱਥੋਂ ਨਿਕਲ ਗਈ ਤੇ ਜਿਹੜਾ ਤੁਸੀਂ ਇੱਕ ਟੈਲੀਕਾਸਟ ਦੇਖਦੇ ਹੋ ਡੇਲੀ ਸ੍ਰੀ ਹਰਿਮੰਦਰ ਸਾਹਿਬ ਤੋਂ, ਉਹ ਜਦੋਂ ਟੈਲੀਕਾਸਟ ਚੱਲਦਾ ਇੱਕ ਰਾਈਟ ਹੈਂਡ ਸਾਈਡ ਉੱਪਰ ਤੇ ਇੱਕ ਲੋਗੋ ਲੱਗਿਆ ਹੁੰਦਾ PTC। ਉਹਦਾ ਫੁੱਲ ਫਾਰਮ ਕੀ ਹੈ ਜੀ? ਪ੍ਰਕਾਸ਼ ਟੈਲੀਕਮਿਊਨੀਕੇਸ਼ਨ। ਠੀਕ ਹੈ ਜੀ। ਪ੍ਰਕਾਸ਼ ਸਿੰਘ ਬਾਦਲ। ਠੀਕ ਹੈ ਜੀ। ਉਹ ਪਿਛਲੇ 13 14 15 ਸਾਲ ਤੋਂ ਉੱਥੇ ਕਾਬਜ਼ ਹੈ। ਹਾਲਾਂਕਿ ਅਗਰ ਉਹਨੂੰ ਓਪਨ ਮਾਰਕੀਟ 'ਚ ਉਹਦੀ ਆਕਸ਼ਨ ਕੀਤੀ ਜਾਏ, ਮੀਡੀਆ ਹਾਊਸਿਸ ਬੁਲਾਏ ਜਾਣ, ਚੈਨਲ ਬੁਲਾਏ ਜਾਣ ਤੇ ਉਹਨਾਂ ਨੂੰ ਫਿਰ ਕਰਕੇ ਤੇ ਕਿਹਾ ਜਾਏ ਕਿ ਜਿਹੜਾ ਚਾਹੁੰਦਾ ਹੈ ਕਿ ਸਾਡਾ ਟੈਲੀਕਾਸਟ ਹੋਏ
ਉਹ ਰੈਵਨਿਊ ਦੇ ਗੁਰੂ ਘਰ ਨੂੰ, ਔਰ ਗੁਰੂ ਘਰ 'ਚ ਆਇਆ ਰੈਵਨਿਊ ਜਿਹੜਾ ਉਹ ਪ੍ਰੋਪਰ ਪਲੇਸ ਤੇ ਲੱਗੇ ਹੈ ਨਾ, ਸਕੂਲਾਂ 'ਚ ਲੱਗੇ, ਹੋਰ ਜਗ੍ਹਾ ਤੇ ਲੱਗੇ, ਠੀਕ ਹੈ ਜੀ। ਸੋ ਇਹ ਇੱਕ ਐਸਾ ਹੈ। ਇੱਕ ਹੋਰ ਤੁਹਾਨੂੰ ਮੈਂ ਦੱਸਦਾ, ਬਕੌਲ ਭਾਈ ਰਣਜੀਤ ਸਿੰਘ ਨੇ ਇੱਕ ਵਾਰੀ ਦੱਸਿਆ ਸੀ ਕਿ ਹਰਿਮੰਦਰ ਸਾਹਿਬ ਤੇ ਸ਼ਹੀਦਾਂ ਦਾ 2 ਗੁਰਦੁਆਰਿਆਂ ਦੀ ਅਗਰ ਤੁਸੀਂ ਕਲੈਕਸ਼ਨ ਲਾ ਲਓ ਫੁੱਲ ਫਲੈਜ ਟੇਸਟ, ਇਹ ਗੱਲ ਹੈ ਜੀ ਜਦੋਂ ਕੋਵਿਡ ਨਹੀਂ ਸੀ ਹਲੇ ਆਇਆ, ਉਸ ਤੋਂ ਥੋੜ੍ਹੇ ਦਿਨ ਪਹਿਲਾਂ ਦੀ, ਥੋੜ੍ਹੇ ਮਹੀਨੇ ਪਹਿਲਾਂ ਦੀ ਗੱਲ ਹੈ। ਉਹ ਕਹਿੰਦੇ ਜੀ ਪਰ ਡੇ ਜਿਹੜੀ ਕਲੈਕਸ਼ਨ ਹੈ ਉਹ ਤਕਰੀਬਨ 4.5 ਕਰੋੜ ਆਫਰਿੰਗ ਜਿਹੜੀ ਆਫਰਿੰਗ ਹਨ, ਜਿਹੜੇ ਚੜਾਵਾ ਚੜ੍ਹਦਾ, ਚੜਾਵੇ ਦੀ ਸ਼ੇਪ 'ਚ ਜਿਹੜੇ ਅਖੰਡ ਪਾਠ ਹੁੰਦੇ ਆ ਉੱਥੋਂ ਉਹਨਾਂ ਦੀ ਜਿਹੜੀ ਭੇਟਾ ਹੁੰਦੀ ਹੈ, ਫਿਰ ਹੋਰ ਸਾਰੀ ਇਹਦੇ ਵਿੱਚ ਉਹ ਚੀਜ਼ਾਂ ਇਨਕਲੂਡ ਨਹੀਂ ਜਿਸ ਤਰ੍ਹਾਂ ਬਾਹਰ ਦੁਕਾਨਾਂ ਹੁੰਦੀਆਂ ਨੇ ਜਾਂ ਹੋਰ ਪ੍ਰੋਪਰਟੀ ਜਿਹੜੀ ਹੈਗੀ ਹੈ ਜਾਂ ਕੋਈ ਹੋਰ ਸਕੂਲਾਂ ਦੀ ਕਲੈਕਸ਼ਨ, ਉਹ ਉਹਦੇ 'ਚ ਬਿਲਕੁਲ ਨਹੀਂ ਹੈਗਾ। ਜਿਹੜੀ ਨਿਰੋਲ ਜਿਹੜੀ ਸਿਰਫ ਆਫਰਿੰਗ ਦੀ ਗੱਲ 4.5, ਹੁਣ ਤੁਸੀਂ 4.5 ਕਰੋੜ ਨੂੰ ਤੁਸੀਂ ਮਹੀਨੇ 'ਚ ਕਰੋ, ਕਿੰਨਾ ਹੋ ਗਿਆ ਜੀ, ਮਹੀਨੇ ਨੂੰ ਤੁਸੀਂ ਉਹ 'ਚ ਕਰੋ, ਸਾਲ ਦੇ ਵਿੱਚ ਕਰੋ, ਲੇਕਿਨ ਇਹ ਤੁਸੀਂ ਦੇਖੋ ਕਿ ਉਹ ਚੀਜ਼ ਲੱਗਦੀ ਕਿੱਥੇ ਪਈ ਹੈ। ਸੋ ਅਕਾਲੀ ਦਲ ਵਾਸਤੇ ਇਹ ਬੜਾ ਵੱਡਾ ਇਹ ਕੌਰੂ ਦਾ ਖਜ਼ਾਨਾ ਹੈ ਜਿਹੜਾ ਉਹ ਕਿਸੇ ਕੀਮਤ ਤੇ ਵੀ ਛੱਡਣਾ ਨਹੀਂ ਚਾਹੁੰਦੇ। ਔਰ ਜਿਸ ਦਿਨ ਉਹਨਾਂ ਦੇ ਹੱਥੋਂ ਇਹ ਨਿਕਲ ਗਈ ਨਾ, ਸਮਝ ਲਓ ਕਿ ਉਹ ਉਹਨਾਂ ਦੇ ਕੌਫਨ ਦੇ ਵਿੱਚ ਲਾਸਟ ਕਿਲ ਹੋਏਗਾ। ਸਿੱਖ ਧਰਮ ਦੀ ਗੱਲ ਕਰਦੇ ਜੀ, ਅਕਾਲੀ ਦਲ ਵੀ ਕਹਿੰਦੇ ਅਸੀਂ ਸਿੱਖਾਂ ਦੀ ਨੁਮਾਇੰਦਾ ਕਲਾਸ ਹੈ, ਜਮਾਤ ਹੈ। ਜਿਹੜਾ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਨਵੀਂ ਅਨਾਉਂਸਮੈਂਟ ਕੀਤੀ, ਉਹਦੇ 'ਚ ਵੀ ਝਲਕਾਰਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਪਾਰਟੀ ਹੈ। ਸਿੱਖਾਂ ਦੇ ਸੰਬੰਧ ਵਿੱਚ ਹੀ ਇੱਕ ਥੋੜ੍ਹਾ ਜਿਹਾ ਵੱਖਰੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਮੁੱਦਾ ਚੁੱਕਿਆ। ਕੈਪਟਨ ਅਮਰਿੰਦਰ ਸਿੰਘ ਨੇ ਮੁੱਦਾ ਚੁੱਕਿਆ ਕਿ ਜਿਹੜੀ ਘੱਟ ਗਿਣਤੀ, ਕਿਹੜੀ ਕੌਮ, ਕਿਹੜਾ ਫਿਰਕਾ ਘੱਟ ਗਿਣਤੀ 'ਚ ਹੈ, ਉਹਦਾ ਫੈਸਲਾ ਜਿਹੜਾ ਉਹ ਸੂਬਾਈ ਪੱਧਰ 'ਤੇ ਨਹੀਂ ਹੋਣਾ ਚਾਹੀਦਾ, ਨੈਸ਼ਨਲ ਪੱਧਰ 'ਤੇ ਹੋਣਾ ਚਾਹੀਦਾ। ਉਂਝ ਦੇਖਣ ਨੂੰ ਇਹ ਲੱਗਦਾ ਕਿ ਜੇ ਨੈਸ਼ਨਲ ਪੱਧਰ 'ਤੇ ਹੋਵੇ ਤਾਂ ਸਿੱਖ ਘੱਟ ਗਿਣਤੀ 'ਚ ਆ ਗਿਆ, ਜੇ ਪੰਜਾਬ ਪੱਧਰ 'ਤੇ ਹੋਵੇ ਤਾਂ ਪੰਜਾਬ ਸਿੱਖ ਜਿਹੜੀ ਆ ਉਹ ਬਹੁਤ ਗਿਣਤੀ ਹੈਗੀ। ਹਾਲਾਂਕਿ ਦੂਜੀਆਂ ਵੀ ਜਿਹੜੀਆਂ ਹਿੰਦੂ ਧਰਮ, ਮੁਸਲਿਮ ਧਰਮ, ਈਸਾਈ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਵੀ ਗਿਣਤੀ ਚੋਖੀ ਹੈ, ਪਰ ਪੰਜਾਬ ਦੇ ਵਿੱਚ ਅਜੇ ਵੀ ਮੈਜੋਰਿਟੀ ਜਿਹੜੀ ਆ ਉਹ ਸਿੱਖਾਂ ਦੀ ਹੈਗੀ ਹੈ, ਠੀਕ ਹੈ ਜੀ। ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਦੇਖਣ ਨੂੰ ਲੱਗਦਾ ਕਿ ਦੇਖੋ ਜੀ ਸਿੱਖਾਂ ਦੇ ਬੜੇ ਭਲੇ ਦੀ ਗੱਲ ਕੀਤੀ ਹੈਗੀ, ਪਰ ਕੀ ਸਿੱਖ ਹਮੇਸ਼ਾ ਹੀ ਆਪਣੇ ਆਪ ਨੂੰ ਘੱਟ ਗਿਣਤੀ 'ਚ ਰੱਖ ਕੇ ਸਰਕਾਰ ਦੇ ਅੱਗੇ ਠੂਠਾ ਫੜ ਕੇ ਖੜੇ ਹੋਣ ਵਾਲੀ ਸਥਿਤੀ ਵਿੱਚ ਹੀ ਰਹਿਣਾ ਚਾਹੁੰਦੇ ਆ, ਜਾਂ ਲੱਗਦਾ ਵੀ ਕੋਈ ਨਹੀਂ ਅਸੀਂ ਸਮਰੱਥ ਹੈਗੇ ਹਾਂ ਕਿ ਅਸੀਂ ਇੰਡੀਪੈਂਡੈਂਟਲੀ ਦੇਸ਼ ਦੀ ਇਕੋਨਮੀ ਜਾਂ ਸੂਬੇ ਦੀ ਇਕੋਨਮੀ ਜਾਂ ਸੂਬੇ ਦੇ ਕਲਚਰ ਜਾਂ ਸੂਬੇ ਦੀ ਹੋਰ ਜਿਹੜੀ ਹੈਗੀ ਆ ਵੱਖਰੀ ਕਿਸਮ ਦੀ ਹੋਂਦ ਜਿਹੜੀ ਆ ਉਧਰਲੇ ਪਾਸੇ ਨੂੰ ਤੁਰ ਸਕਦੇ ਸੀਗੇ, ਤੇ ਪਰ ਨਹੀਂ, ਰਾਜਨੀਤਿਕ ਲੋਕ ਜਿਹੜੇ ਆ ਉਹ ਕੋਈ ਨਵੀਂ ਚਾਲ ਚੱਲਦੇ ਰਹਿੰਦੇ। ਕੀ ਟਿੱਪਣੀ ਤੁਹਾਡੀ ਇੱਥੇ? ਐਮਪੀ ਸਿੰਘ ਜੀ, ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਉਹ ਇੱਕ ਐਸਾ ਤੁਸੀਂ ਕਹਿ ਲਓ ਕਿ ਸੱਪ ਹੈ ਜਿਹਦੀ ਪੂਛਲ ਤੇ ਪੈਰ ਆਇਆ ਹੋਇਆ ਅਤੀਤ ਵਿੱਚ, ਠੀਕ ਹੈ ਜੀ। ਉਹਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਹੈ, ਉਹਨੂੰ ਬੇਇੱਜ਼ਤ ਹੋ ਕੇ ਕੱਢਿਆ ਵੀ ਉੱਥੋਂ, ਹੈ ਨਾ ਜੀ। ਹੁਣ ਉਹ ਪੂਰੀ ਤਰ੍ਹਾਂ ਡਿਸਪੋਜ਼ਲ 'ਤੇ ਹੈ ਸੈਂਟਰ ਸਰਕਾਰ ਦੇ, ਸੈਂਟਰਲ ਲੈਵਲ 'ਤੇ ਜਿਹੜੀਆਂ ਕਾਬਜ ਪਾਰਟੀਆਂ ਨੇ ਬੀਜੇਪੀ ਉਹਦੇ 'ਤੇ ਹੈ, ਠੀਕ ਹੈ ਜੀ। ਉਹ ਕਦੀ ਵੀ ਕੋਈ ਐਸੀ ਗੱਲ ਨਹੀਂ ਕਰੇਗਾ ਜਿਹਦੇ ਨਾਲ ਪੰਜਾਬ ਦਾ ਭਲਾ ਹੋਏਗਾ। ਉਹ ਸਿਰਫ ਉਸ ਪੰਜਾਬ ਦੀ ਗੱਲ ਨਹੀਂ, ਧਰਮ ਦੀ ਗੱਲ ਆਪਾਂ ਕਰ ਲਈਏ, ਸਿੱਖਾਂ ਦੀ ਗੱਲ ਕਰ ਲਈਏ, ਮੈਂ ਤੁਹਾਨੂੰ ਉਸੇ 'ਤੇ ਆ ਕੇ ਦੱਸਦਾ, ਉਹ ਸਿਰਫ ਉਸ ਚੀਜ਼ ਦੀ ਹੀ ਗੱਲ ਕਰੇਗਾ ਜਿਹਦੇ ਨਾਲ ਸੈਂਟਰਲ ਲੀਡਰਸ਼ਿਪ ਜਾਂ ਜਿਹੜੀ ਕਾਬਜ ਧਿਰ ਹੈ ਉਹ ਖੁਸ਼ ਹੋਏ, ਠੀਕ ਹੈ ਜੀ। ਔਰ ਕਾਬਜ ਧਿਰ ਨੇ ਅਗਰ ਪੰਜਾਬ ਦੇ ਹੱਕ ਦੀ ਗੱਲ ਕਰਨੀ ਹੁੰਦੀ ਤੇ ਬੜੇ ਮੌਕੇ ਸਨ, ਬਹੁਤ ਸਾਰੀਆਂ ਅਪੋਰਚੁਨਿਟੀ ਸਨ, ਠੀਕ ਹੈ ਜੀ। ਪਾਣੀ ਦੇ ਮਸਲੇ ਸਨ, ਇੰਪਲੋਇਮੈਂਟ ਦੀ ਸੀ, ਇੰਡਸਟਰੀ ਜਿਹੜੀ ਸੀ ਉਹਦੀ ਗੱਲ ਸੀ, ਇੰਡੋ ਪਾਕਿਸਤਾਨ ਜਿਹੜਾ ਵਪਾਰ ਹੈ ਉਹਦੀ ਗੱਲ ਸੀ। ਵੈਸੇ ਜਿਹੜੀ ਡੀਫੇਮੇਸ਼ਨ ਹੋ ਰਹੀ ਹੈ ਭਈ ਸਿੱਖ ਜਿਹੜੇ ਨੇ ਉਹ ਐਕਸਟ੍ਰੀਮਿਸਟ ਮਾਈਂਡਡ ਪੀਪਲ ਹੈਗੇ ਨੇ, ਉਸ ਤਰ੍ਹਾਂ ਦੀ ਜਿਹੜੀ ਇਮੇਜ ਆ ਉਹਨੂੰ ਦੂਰ ਕਰਨ ਦੀ ਗੱਲ, ਕਈ ਹੋਰ ਮਸਲੇ ਹੈਗੇ ਨੇ ਤੇ ਉਹਨਾਂ ਦੀ ਗੱਲ ਕਰ ਸਕਦੀ ਸੀ, ਲੇਕਿਨ ਉਹਨਾਂ ਨੇ ਨਹੀਂ ਕੀਤੀ। ਉਹ ਮੈਂ ਅਕਸਰ ਕਈ ਵਾਰੀ ਦੇਖਦਾ ਹੁੰਦਾ ਕਿ ਇੱਕ ਸਪੈਸੀਫਿਕ ਏਜੰਡੇ ਦੇ ਤਹਿਤ ਇੱਕ ਸਪੈਸੀਫਿਕ ਲੀਡਰ 'ਤੇ ਰੈਗੂਲਰ ਬੇਸਿਸ 'ਤੇ ਬੰਗਲਾ ਸਾਹਿਬ ਜਾਂਦਾ ਹੈ, ਸੀਸਗੰਜ ਸਾਹਿਬ ਜਾਂਦਾ, ਮੱਥਾ ਟੇਕਦਾ, ਹਰ ਜਿਹੜਾ ਕੋਈ ਤਿਉਹਾਰ ਹੁੰਦਾ ਜਾਂ ਗੁਰਪੁਰਬ ਹੁੰਦਾ ਉਹਦੇ 'ਚ ਉਹ ਮੱਥੇ ਵੀ ਟੇਕਦਾ, ਚੰਗੇ ਸੁਨੇਹੇ ਵੀ ਦਿੰਦਾ, ਲੇਕਿਨ ਪਾਰਟੀ ਪੱਧਰ 'ਤੇ, ਲੋਕਲ ਲੈਵਲ 'ਤੇ ਜਾਂ ਸਟੇਟ ਲੈਵਲ 'ਤੇ ਇਹ ਸਾਰੇ ਏਜੰਡਿਆਂ ਦੀ ਬੜੀ ਆਪੋਜੀਸ਼ਨ ਹੁੰਦੀ ਹੈ। ਸੋ ਇੱਕ ਕੋਰਿਲੇਸ਼ਨ ਪਤਾ ਨਹੀਂ ਕਿਉਂ ਆਪਸ 'ਚ ਨਹੀਂ ਬਣਾਉਂਦੇ ਉਹ, ਜਾਂ ਕੀ ਹੈ। ਹੁਣ ਮੈਂ ਆਉਣਾ ਕੈਪਟਨ ਅਮਰਿੰਦਰ ਸਿੰਘ 'ਤੇ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਕਹੀ ਹੈ ਕਿ ਜਿਹੜੀ ਘੱਟ ਗਿਣਤੀਆਂ ਦੀ ਜਿਹੜੀ
ਘੱਟ ਗਿਣਤੀ ਕੋਈ ਕੌਮ ਹੈ ਜਾਂ ਨਹੀਂ ਹੈ, ਇਹਦੀ ਜਿਹੜੀ ਹੈ ਡਿਸੀਜਨ ਜਿਹੜੀ ਹੈ ਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਨੈਸ਼ਨਲ ਲੈਵਲ ਤੇ ਕਰਕੇ ਦੇਖ ਲਓ। ਤੁਸੀਂ ਦੇਖੋ ਜਿਸ ਇੱਕ ਕਮਿਊਨਿਟੀ ਦੀ ਪਾਪੂਲੇਸ਼ਨ ਜਿਹੜੀ ਹੈ 1.5% ਆ ਹਾਲੇ ਵੀ, ਠੀਕ ਹੈ ਜੀ, ਟੋਟਲ ਪਾਪੂਲੇਸ਼ਨ 'ਚ, ਉਹਨੇ ਤੁਸੀਂ ਭਾਵੇਂ ਨੈਸ਼ਨਲ ਲੈਵਲ ਤੇ ਕਰਕੇ ਦੇਖ ਲਓ ਜਾਂ ਸਟੇਟ ਲੈਵਲ ਤੇ ਕਰਕੇ ਦੇਖ ਲਓ, ਉਹਨਾਂ 'ਤੇ ਘੱਟ ਗਿਣਤੀ ਹੀ ਰਹਿਣਾ ਹੈ। ਠੀਕ ਹੈ ਜੀ, ਪਰ ਮੈਨੂੰ ਇਸ ਸੰਦਰਭ ਦਾ ਨਹੀਂ ਪਤਾ ਵੀ ਕਿਸ ਸੰਦਰਭ 'ਚ ਉਹਨੇ ਬਿਆਨ ਦਿੱਤਾ ਹੈ ਕਿ ਵੈਦਰ ਅਗਰ ਕੋਈ ਕੌਮ ਜਿਹੜੀ ਆ ਉਹ ਘੱਟ ਗਿਣਤੀ ਡਿਕਲੇਅਰ ਹੋ ਜਾਂਦੀ ਜਾਂ ਉਹਨੂੰ ਬ੍ਰੈਂਡਡ ਕਰ ਦਿੱਤਾ ਘੱਟ ਗਿਣਤੀ, ਤੇ ਉਹਨੂੰ ਸਪੈਸ਼ਲ ਪੈਕੇਜ ਦਿੱਤਾ ਜਾਏਗਾ। ਕੀ ਫਾਇਦਾ ਹੋਊਗਾ ਉਹਦਾ? ਅਲਟੀਮੇਟਲੀ ਫਾਇਦਾ ਕੀ ਹੈ? ਉਹਨੂੰ ਜੌਬਾਂ ਦੇ ਵਿੱਚ ਪ੍ਰਾਇੋਰਟੀ ਦਿੱਤੀ ਜਾਊਗੀ, ਉਹਨੂੰ ਜਿਹੜਾ ਹੋਰ ਜਿਹੜੇ ਨੇ ਕ੍ਰੀਮ ਪੋਸਟ ਹੈਗੀਆਂ ਨੇ ਉਹਦੇ 'ਚ ਪ੍ਰਾਇੋਰਟੀ ਦਿੱਤੀ ਜਾਊਗੀ। ਉਹਦਾ ਬੇਸਿਕ ਕਹਿਣ ਦਾ ਮਤਲਬ ਕੀ ਹੈ, ਇਹ ਮੈਨੂੰ ਹਾਲੇ ਤੱਕ ਕਲੀਅਰ ਨਹੀਂ ਹੋਇਆ। ਮੈਨੂੰ ਤਾਂ ਨੁਕਸਾਨ ਲੱਗਦਾ ਜੀ, ਮੈਨੂੰ ਤਾਂ ਫਾਇਦਾ ਲੱਗਦਾ ਨਹੀਂ। ਕਿਸ ਤਰ੍ਹਾਂ ਨੁਕਸਾਨ? ਨੁਕਸਾਨ ਇਹ ਦੇਖੋ, ਇੱਕ ਸਿੱਖ ਮੈਜੋਰਿਟੀ ਪੰਜਾਬ ਦੇ ਵਿੱਚ ਹੈਗੀ ਆ, ਉਹਨਾਂ ਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਕਿ ਅਸੀਂ ਮੈਜੋਰਿਟੀ ਵਿੱਚ ਹੈਗੇ ਆ, ਅਸੀਂ ਮਿਹਨਤੀ ਲੋਕ ਹੈਗੇ ਆ, ਅਸੀਂ ਇੱਥੇ ਇਸ ਸੂਬੇ ਦੀ ਨੁਹਾਰ ਬਦਲੀ ਸੀ। ਜੇ ਭਾਰਤ ਨੂੰ ਲੋਕੀ ਸੋਨੇ ਦੀ ਚਿੜੀ ਕਹਿੰਦੇ ਸੀ ਤਾਂ ਪੰਜਾਬ ਵੀ ਸੋਨੇ ਦੀ ਚਿੜੀ ਹੀ ਸੀ, ਅਸਲ 'ਚ ਪੰਜਾਬ ਹੀ ਸੀ। ਦੇਸ਼ ਪੰਜਾਬ ਦੀ ਗੱਲ ਜਦੋਂ ਕਰਦੇ ਹੈਗੇ, ਤੇ ਜਦੋਂ ਉਹ ਇੱਦਾਂ ਦੀ ਘੱਟ ਗਿਣਤੀ ਵਿੱਚ ਉਹਨੂੰ ਲਿਆ ਕੇ ਕੌਮੀ ਪੱਧਰ ਤੇ ਨੈਸ਼ਨਲ ਪੱਧਰ ਤੇ ਲਿਆਉਣ ਦੀ ਕੋਸ਼ਿਸ਼ ਕਰਦੇ, ਤੇ ਉਹਨਾਂ ਦੇ ਹੱਥ ਵਿੱਚ ਠੂਠਾ ਫੜਾਉਂਦੇ ਆ ਕਿ ਤੁਸੀਂ ਹੁਣ ਘੱਟ ਗਿਣਤੀ 'ਚ ਬੀਂਗ ਘੱਟ ਗਿਣਤੀ ਸਰਕਾਰ ਕੋਲੋਂ ਮੰਗੋ। ਮੈਨੂੰ ਇਹ ਲੱਗੀ ਜਾਂਦਾ ਕਿ ਅਸਲ ਵਿੱਚ ਉਹ ਜਿੱਦਾਂ BJP ਵਿੱਚ ਨਵੇਂ ਜਿਹੜੇ ਬਦਲ ਕੇ ਗਏ ਆ ਦਿੱਲੀ ਕਮੇਟੀ ਦੇ ਚੌਧਰੀ, ਜੋ ਚਾਲ ਉਹਨਾਂ ਦੀ ਸੀ ਸੇਮ ਚਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਹੈਗੀ। ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਮੈਂ ਜਿਸ ਤਰ੍ਹਾਂ ਪਹਿਲਾਂ ਰਿਕੁਐਸਟ ਕੀਤੀ ਹੈ ਕਿ ਜਦੋਂ ਤੁਸੀਂ ਕਿਸੇ ਪਾਰਟੀ ਦੀ ਸਾਈਕੋਫੈਂਸੀ ਜਾਂ ਉਹਦੀ ਫਲੈਟਰੀ ਜਾਂ ਉਹਦੀ ਚਾਪਲੂਸੀ ਕਰਨ 'ਤੇ ਉਤਰ ਆਉਂਦੇ ਹੋ, ਔਰ ਦੇਖੋ ਕਿਸੇ ਹੱਦ ਤੱਕ ਵੀ ਜਾ ਸਕਦੇ, ਕਿਸੇ ਹੱਦ ਤੱਕ ਵੀ ਜਾ ਸਕਦੇ ਤੁਸੀਂ। ਠੀਕ ਹੈ ਜੀ, ਮੈਂ ਕੋਈ ਐਗਜ਼ਾਮਪਲ ਨਹੀਂ ਦੇਣਾ ਚਾਹੁੰਦਾ, ਲੇਕਿਨ ਉਹ ਹੈ ਕਿ ਤੁਸੀਂ ਆਪਣੇ ਗਾਹਕ ਨੂੰ ਜਿੱਥੋਂ ਤੁਹਾਨੂੰ ਫਾਇਦਾ ਹੈ ਉਹਨੂੰ ਖੁਸ਼ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਸਕਦੇ ਹੋ। ਇਸ ਚੀਜ਼ ਦੀ ਐਗਜ਼ਾਮਪਲ ਕੈਪਟਨ ਅਮਰਿੰਦਰ ਸਿੰਘ ਹੈ ਰਾਈਟ ਨਾਓ। ਠੀਕ ਹੈ ਜੀ, ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜੇ ਤੁਸੀਂ ਏਜ ਵਾਈਜ਼ ਦੇਖੋ ਜਾਂ ਅਪੀਅਰੈਂਸ ਵਾਈਜ਼ ਦੇਖੋ, ਪਰਮਾਤਮਾ ਕਰੇ ਲੰਮੀ ਉਮਰ ਕਰੇ ਹਰ ਇੱਕ ਪੋਲੀਟੀਸ਼ੀਅਨ ਦੀ, ਹੈ ਨਾ, ਜਿਹੜਾ ਵੀ ਹੈ, ਕਿਉਂਕਿ ਪੋਲੀਟੀਸ਼ੀਅਨ ਇੱਕ ਹੈ, ਉਹ ਹਸਬੈਂਡ ਵੀ ਹੈ, ਬਾਪ ਵੀ ਹੈ, ਭਰਾ ਵੀ ਹੈ। ਠੀਕ ਹੈ ਜੀ, ਪਰ ਇਹ ਹੈ ਕਿ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੈ, ਚਾਹੇ ਕੈਪਟਨ ਅਮਰਿੰਦਰ ਸਿੰਘ ਹੈ, ਏਜ ਵਾਈਜ਼ ਕੋਈ ਬਹੁਤੀ ਏਜ ਨਹੀਂ ਬਚੀ ਹੈਗੀ। ਠੀਕ ਹੈ ਜੀ, ਹੁਣ ਲਾਸਟ ਇੱਕ ਇਨਿੰਗ ਕਹਿ ਲਓ ਤੁਸੀਂ ਖੇਡ ਰਹੇ ਲੋਕ, ਤੇ ਲਾਸਟ ਇਨਿੰਗ 'ਚ ਕੀ ਹੁੰਦਾ ਕਿ ਤੁਸੀਂ ਅਲਟੀਮੇਟਲੀ ਸਾਰਾ ਕੁਝ ਇੱਕ ਕੁਝ ਲੀਡਰਸ ਨੂੰ ਛੱਡ ਕੇ ਬਹੁਤ ਘੱਟ ਲੋਕ ਐਸੇ ਨੇ ਜਿਹੜੇ ਆਪਣੇ ਪੰਥਕ, ਆਪਣੀ ਜਿਹੜੀ ਲੋਕ ਨੇ ਉਹਨਾਂ ਬਾਰੇ ਸੋਚਦੇ ਆ। ਉਹਨਾਂ ਹੁੰਦਾ ਕਿ ਹੁਣ ਮੈਂ ਆਪਣੇ ਪਰਿਵਾਰ ਵਾਸਤੇ ਕੋਈ ਐਸਾ ਟਰੈਕ ਵਿਛਾ ਕੇ ਜਾਵਾਂ ਕਿ ਇਹ ਆਰਾਮ ਨਾਲ ਰਹਿਣ। ਠੀਕ ਹੈ ਜੀ, ਔਰ ਮੇਰੇ ਖਿਆਲ 'ਚ ਜੋ ਵੀ ਕਰ ਰਿਹਾ ਹੈਗਾ ਕੈਪਟਨ ਅਮਰਿੰਦਰ ਸਿੰਘ, ਉਹ ਆਪਣੇ ਪਰਿਵਾਰ ਵਾਸਤੇ ਇੱਕ ਟਰੈਕ ਐਸਾ ਵਿਛਾ ਕੇ ਜਾ ਰਿਹਾ ਕਿ ਇਹਨਾਂ ਨੂੰ ਕੋਈ ਅੱਗੇ ਕੋਈ ਪ੍ਰੋਬਲਮ ਨਾ ਆਏ, ਪਰ ਦੂਜਿਆਂ ਨੂੰ ਬੜੀ ਦਾ ਵੱਖਰਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ। ਹਾਂਜੀ, ਔਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਪੋਲੀਟੀਸ਼ੀਅਨ ਜਿਹੜਾ ਉਹ ਪੋਲੀਟੀਸ਼ੀਅਨ ਹੀ ਹੁੰਦਾ। ਪੋਲੀਟੀਸ਼ੀਅਨ ਨੂੰ ਆਮ ਲੋਕਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ। ਅਗਰ ਵਾਹ ਵਾਸਤਾ ਹੁੰਦਾ ਹੈ ਨਾ, ਤੇ ਫਿਰ ਉਹ ਇਸ ਤਰ੍ਹਾਂ ਜਿਹੜੇ ਲੀਡਰਸ ਜਾਂ ਪਾਰਟੀਆਂ ਨੇ ਜਾਂ ਇੱਕ ਧਿਰ ਹੈ ਉਹਦੀ ਥੱਲੇ ਜਾ ਕੇ ਵਿਸਦਾ ਨਹੀਂ ਹੈ, ਉਹਦੇ ਥੱਲੇ ਨਹੀਂ। ਸੋ ਇਹ ਚੀਜ਼ ਹੈ ਕਿ ਲਾਸਟ ਇਨਿੰਗ ਹੈ, ਤੇ ਉਹਨੇ ਕਿ ਮੈਂ ਹੁਣ ਕਰ ਲਾਂ ਆਪਣੇ ਪਰਿਵਾਰ ਦਾ ਭਲਾ ਕਰ ਲਾਂ। ਹਾਂਜੀ, ਆਖਰੀ 5 ਮਿੰਟ ਆਪਣੇ ਕੋਲ ਹੈ ਜੀ, ਤੇ ਮੁੱਦਾ ਬੜਾ ਸੀਰੀਅਸ ਹੈ। ਧਰਮ ਪਰਿਵਰਤਨ ਦਾ ਬੜਾ ਰੌਲਾ ਪੰਜਾਬ ਦੇ ਵਿੱਚ, ਉਂਝ ਵੈਸੇ ਸਾਰੇ ਹਿੰਦੁਸਤਾਨ ਵਿੱਚ ਹੀ ਹੈਗਾ। ਮੁਸਲਿਮ ਕਮਿਊਨਿਟੀ ਉੱਤੇ ਦੋਸ਼ ਲੱਗਦਾ ਰਹਿੰਦਾ ਕਿ ਉਹ ਹਿੰਦੂ ਲੜਕੀਆਂ ਨੂੰ ਵਰਗਲਾ ਕੇ ਲਵ ਜਹਾਦ ਦੇ ਨਾਂ 'ਤੇ ਉਹ ਉਹਨਾਂ ਦੇ ਨਾਲ ਇਸ ਤਰੀਕੇ ਦਾ ਵਿਵਹਾਰ ਕਰਦੇ। ਇੱਕ ਧਰਮ ਪਰਿਵਰਤਨ ਦੀ ਗੱਲ ਪੰਜਾਬ ਵਿੱਚ ਇਸ ਤਰੀਕੇ ਦੀਆਂ ਗੱਲਾਂ ਹੋਣੀਆਂ। ਤਰਨਤਾਰਨ ਵਿੱਚ ਇੱਕ ਜਿਹੜੀ ਸੀਗੀ ਗਿਰਜਾ ਘਰ ਸੀ, ਉਹਦੇ 'ਚ ਜਾ ਕੇ ਕੁਝ ਲੋਕਾਂ ਵੱਲੋਂ ਮੂਰਤੀਆਂ ਤੋੜ ਦੇਣੀਆਂ, ਹਾਂਜੀ, ਮਰੀਅਮ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣਾ, ਤੇ ਇਹ ਕਿਹਾ ਗਿਆ ਉਹਦੇ 'ਤੇ ਕਿ ਧਰਮ ਪਰਿਵਰਤਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਈਸਾਈ ਧਰਮ ਦੇ ਪੈਰੋਕਾਰਾਂ ਵੱਲੋਂ। ਇਹਨੂੰ ਕਿਵੇਂ ਲੈਂਦੇ ਹੋ? ਦੇਖੋ ਜੀ, ਇੱਕ ਏਜੰਡਾ ਜਿਹੜਾ ਉਹ ਵੈਟੀਕਨ ਸਿਟੀ ਤੋਂ ਹੁੰਦਾ, ਜਿਹੜਾ ਪੋਪ ਕਰਦਾ, ਅਨਾਊਂਸ ਕਰਦਾ। ਇੱਕ ਏਜੰਡਾ ਹੁੰਦਾ ਜਿਹੜੇ ਲੋਕਲ ਲੈਵਲ 'ਤੇ, ਜਿਹੜਾ ਪਿੰਡ ਲੈਵਲ 'ਤੇ ਜਿਹੜੇ ਈਸਾਈ ਵਸਦੇ ਨੇ ਉਹਨਾਂ ਨੂੰ ਦਿਖਾਇਆ ਜਾਂਦਾ।
ਜਾਂ ਉਹਨਾਂ 'ਤੇ ਇੰਪਲੀਮੈਂਟ ਕੀਤਾ ਜਾਂਦਾ। ਹੁਣ ਦੇਖੋ ਇਹ ਹੈ ਕਿ ਜਿਹੜੇ ਲੋਕ ਧਰਮ ਪਰਿਵਰਤਨ ਕਰਦੇ ਆ, ਇੱਕ ਤਾਂ ਹੁੰਦਾ ਹੈ ਕਿ ਇੱਕ ਇਕਨੋਮਿਕ ਬੇਸਡ ਧਰਮ ਪਰਿਵਰਤਨ, ਕਿ ਤੁਸੀਂ ਕ੍ਰਿਸਚਨ ਧਰਮ 'ਚ ਆ ਜਾਓ, ਤੁਹਾਨੂੰ ਇੰਨੇ ਪੈਸੇ ਦਿਆਂਗੇ ਜੀ, ਤੁਹਾਡੇ ਬੱਚਿਆਂ ਨੂੰ ਮੁਫਤ ਦਿਆਂਗੇ, ਠੀਕ ਹੈ ਜੀ। ਇੱਕ ਹੁੰਦਾ ਮਿਰੇਕਲ ਬੇਸਡ, ਇੱਕ ਜਿਹੜੀਆਂ ਹੁੰਦੀਆਂ ਨਾ ਕਰਾਮਾਤਾਂ ਦਿਖਾ ਕੇ, ਤੁਸੀਂ ਵੀ ਦੇਖੀਆਂ ਹੋਣੀਆਂ, ਹਰ ਇੱਕ ਨੇ ਦੇਖੀਆਂ ਹੋਣੀਆਂ ਕਿ ਉਹ ਕਰਾਮਾਤਾਂ ਕਿੱਦਾਂ ਦੀਆਂ ਹੁੰਦੀਆਂ। ਇੱਕ ਬਿਲਕੁਲ ਬੰਦਾ ਜਿਹੜਾ ਉਹ ਕੰਬਦਾ ਹੋਇਆ ਆਉਂਦਾ, ਪਾਸਟ ਜਿਹੜਾ ਉਹ ਹੱਥ ਰੱਖਦਾ, ਉਹ ਠੀਕ ਹੋ ਜਾਂਦਾ, ਠੀਕ ਹੈ ਜੀ। ਮੇਰਾ ਇਹ ਹੈ ਕਿ ਦੇਖੋ ਇਦਾਂ ਦੀਆਂ ਗੱਲਾਂ ਜਿੱਦਾਂ ਸਭ ਹਰ ਧਰਮ ਵਿੱਚ ਹੈਗੀਆਂ, ਨਹੀਂ ਹੁੰਦੀਆਂ, ਪਰ ਫਲਾਣੀ ਜਗ੍ਹਾ ਮੱਸਿਆ ਇੰਨੀ ਵਾਰ ਜਾਓ, ਫਲਾਣੀ ਜਗ੍ਹਾ ਯਾਤਰਾ ਕਰ ਆਓ, ਇੰਨੇ ਸਰੋਵਰਾਂ 'ਚ ਇਸ਼ਨਾਨ ਕਰ ਆਓ, ਤੁਸੀਂ ਠੀਕ ਹੋ ਜਾਓਗੇ। ਮੇਰੀ ਪਹਿਲਾਂ ਗੱਲ ਤੁਸੀਂ ਸੁਣ ਲਓ ਕਿ ਵਿਜ਼ੀਬਲ ਤਰੀਕੇ ਨਾਲ ਇੱਕ ਪੂਰਾ ਇੱਕ ਸਕ੍ਰਿਪਟ ਤਿਆਰ ਕਰਕੇ ਉਹਨੂੰ ਕਰਨਾ, ਔਰ ਉਹਨੂੰ ਇੱਕ ਤੁਸੀਂ ਸਟੇਟ ਸਪੋਂਸਰਸ਼ਿਪ ਮਿਲਣੀ, ਇਹ ਡਿਫਰੈਂਟ ਚੀਜ਼ ਹੈ। ਹੁਣ ਦੇਖੋ ਯਾਤਰਾਵਾਂ ਤਾਂ ਹਿੰਦੂ ਧਰਮ 'ਚ ਵੀ ਹੁੰਦੀਆਂ ਨੇ, ਸਿੱਖ ਧਰਮ 'ਚ ਵੀ ਹੁੰਦੀਆਂ ਨੇ, ਉਹ ਵੀ ਜਾਂਦੇ ਨੇ ਗੰਗਾ 'ਚ, ਬਨਾਰਸ ਤੋਂ ਡੁਬਕੀ ਲਾਉਂਦੇ ਹੈਗੇ, ਠੀਕ ਹੈ ਜੀ, ਉਹ ਡਿਫਰੈਂਟ ਇਸ਼ੂ ਹੈ। ਲੇਕਿਨ ਇੱਕ ਮਰੇ ਬੰਦੇ ਨੂੰ ਜਿੰਦਾ ਕਰ ਦੇਣਾ, ਉਹ ਵੀ TV 'ਤੇ ਲਿਆ ਕੇ, ਠੀਕ ਹੈ ਜੀ, ਔਰ ਫਿਰ ਸਾਰੇ ਸਾਹਮਣੇ, ਇਹ ਮੇਰੇ ਖਿਆਲ 'ਚ ਜਿਹੜਾ ਇਹ ਪਖੰਡ ਹੈ, ਠੀਕ ਹੈ ਜੀ। ਔਰ ਮੈਂ ਤੁਹਾਨੂੰ ਇਹ ਦੱਸਦਾ ਕਿ ਇਹਦੇ ਵਾਸਤੇ ਫੰਡਿੰਗ ਬੜੀ ਵੱਡੀ ਲੈਵਲ 'ਤੇ ਹੋ ਰਹੀ ਹੈ। ਫੰਡਿੰਗ ਚਲੋ ਹਰ ਇੱਕ ਧਰਮ 'ਚ ਹੁੰਦੀ ਹੈ, ਠੀਕ ਹੈ ਜੀ, ਲੇਕਿਨ ਆਹ ਜਿਹੜੀ ਫੰਡਿੰਗ ਹੈ ਨਾ, ਕਿ ਤੁਸੀਂ ਪਿੰਡਾਂ ਦੇ ਪਿੰਡ ਜਾ ਕੇ ਤੁਸੀਂ ਉਹਨਾਂ ਨੂੰ ਚੱਕੋ ਪੈਸੇ, ਤੁਸੀਂ ਕਰ ਲਓ। ਫੰਡਿੰਗ ਦੇ ਵਿੱਚ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਵੀ ਸ਼੍ਰੋਮਣੀ ਕਮੇਟੀ ਕੋਲ ਧਨ ਘੱਟ ਹੈ। ਨਹੀਂ, ਇਹਨਾਂ ਨੇ ਕਿਉਂ ਨਹੀਂ ਕੋਸ਼ਿਸ਼ ਕੀਤੀ ਕਿ ਜਿਹੜੇ ਸਿੱਖਾਂ ਦੇ ਗਰੀਬ ਪਰਿਵਾਰ ਹੈਗੇ ਉਹ ਦੂਜੇ ਧਰਮ ਵਿੱਚ ਨਾ ਜਾਣ, ਈਸਾਈਆਂ ਬਾਰੇ ਖਾਸ ਕਰਕੇ। ਹਿੰਦੂ ਧਰਮ ਦੇ ਮੰਦਿਰਾਂ ਦੇ ਕੋਲ ਟੰਨਾਂ ਦੇ ਟਨ ਸੋਨਾ ਪਿਆ, ਉਹਨਾਂ ਕੋਲ ਕਿਤੇ ਪੈਸੇ ਘੱਟ ਹੈ, ਉਹਨਾਂ ਕੋਲ ਕਿਤੇ ਸਹੂਲਤਾਂ ਘੱਟ ਹੈ, ਉਹ ਕਿਉਂ ਨਹੀਂ ਗਰੀਬ ਲੋਕਾਂ ਨੂੰ ਉਹ ਉਹਨਾਂ ਦੇ ਜਿਹੜੇ ਹੈਗੇ ਆ ਰੁਜ਼ਗਾਰ ਲਈ ਪ੍ਰਬੰਧ ਕਰਨ, ਜਾਂ ਉਹਨਾਂ ਦੀ ਗਰੀਬੀ ਦੂਰ ਕਰਨ ਲਈ ਪ੍ਰਬੰਧ ਕਰਨ। ਮੈਂ ਕਦੀ ਵੀ ਨਹੀਂ ਚਾਹੂੰਗਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਨਾ, ਉਹ ਇੱਕ ਐਸਾ ਤਰੀਕਾ ਅਪਣਾਏ ਕਿ ਉਹ ਕਿਸੇ ਨੌਨ ਸਿੱਖ ਬੰਦੇ ਕੋਲ ਜਾਏ ਤੇ ਉਹਦੇ ਅੱਗੇ ਪੈਸੇ ਰੱਖੇ ਕਿ ਚੱਕ ਇੰਨੇ ਪੈਸੇ ਤੇ ਤੂੰ ਸਿੱਖ ਬਣ ਜਾ। ਮੈਂ ਇਹ ਕਦੀ ਵੀ ਨਹੀਂ ਚਾਹੂੰਗਾ ਕਿ ਸ਼੍ਰੋਮਣੀ ਕਮੇਟੀ ਇੱਕ ਐਸਾ, ਮੈਂ ਪੈਸੇ ਦੇਣ ਦੀ ਗੱਲ ਨਹੀਂ ਕਰਦਾ ਜਾਂਦਾ ਜੀ, ਜਿਹੜੇ ਸਿੱਖ ਪਰਿਵਾਰ, ਗਰੀਬ ਪਰਿਵਾਰ ਪਿੰਡਾਂ ਦੇ ਵਿੱਚ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਮਜਬੂਰੀ ਬਸ ਦੂਜਾ ਧਰਮ ਅਪਣਾਉਂਦੇ ਆ, ਉਹਦੇ ਜ਼ਿੰਮੇਵਾਰ ਕੌਣ? ਉਹ ਤੁਹਾਡੀ ਗੱਲ ਬਿਲਕੁਲ 100% ਠੀਕ ਹੈ। ਜੇ ਮੈਂ ਤੁਹਾਨੂੰ ਯਾਦ ਹੋਏਗਾ ਜਦੋਂ ਇਹ ਡਿਸਕਸ਼ਨ ਸ਼ੁਰੂ ਹੋਈ ਸੀ ਤੇ ਪਹਿਲਾ ਕੁਐਸਚਨ ਦੇ ਆਨਸਰ ਦੇ ਜਵਾਬ ਵਿੱਚ ਮੈਂ ਕਿਹਾ ਸੀ ਕਿ ਫੰਡਿੰਗ ਜਿਹੜੀ ਹੈ ਉਹ ਠੀਕ ਪਾਸੇ ਨਹੀਂ ਲੱਗ ਰਹੀ ਸ਼੍ਰੋਮਣੀ ਕਮੇਟੀ ਦੀ। ਜੇ ਠੀਕ ਪਾਸੇ ਲੱਗੇ, ਸਾਨੂੰ ਇਸ ਚੀਜ਼ ਵੱਲ ਜਾਣ ਦੀ ਲੋੜ ਹੀ ਨਾ ਪਏ। ਸਾਡੇ ਕੋਲ ਹਸਪੀਟਲ ਹੋਣ, ਸਾਡੇ ਕੋਲ ਇੰਡਸਟਰੀ ਹੋਏ, ਠੀਕ ਹੈ ਜੀ, ਸਾਡੇ ਕੋਲ ਕਮਰਸ਼ੀਅਲ ਪਲੇਸਿਸ ਹੋਣ, ਸਾਡੇ ਕੋਲ ਸਕੂਲ ਹੋਣ, ਸਾਡੇ ਕੋਲ ਆਪਣੇ ਅਖਬਾਰ ਹੋਣ, ਸਾਡੇ ਕੋਲ ਆਪਣਾ ਇੱਕ ਚੰਗਾ ਵਧੀਆ ਚੈਨਲ ਹੋਏ ਜਿਹਦੀ ਨੈਸ਼ਨਲ ਲੈਵਲ ਤੱਕ ਸਟੇ ਹੋਏ, ਔਰ ਉਹਨਾਂ ਸਾਰੀਆਂ ਚੀਜ਼ਾਂ 'ਚ ਇੱਕ ਪੋਜ਼ੀਟਿਵ ਤਰੀਕੇ ਨਾਲ ਜਿਹੜਾ ਐਕਚੁਅਲ ਇਤਿਹਾਸ ਹੈ ਉਹ ਦੱਸਿਆ ਜਾਏ। ਸੌਰੀ ਮੈਂ ਤੁਹਾਨੂੰ ਟੋਕਣ ਲੱਗਾ ਜੀ, ਤੁਸੀਂ ਕਿਹਾ ਵੀ ਇੱਦਾਂ ਕਰਕੇ ਉਹ TV ਦੇ ਉੱਤੇ ਲਾਈਵ ਦਿਖਾਇਆ ਜਾ ਰਿਹਾ ਕਿ ਬੰਦਾ ਕੰਬਦਾ ਆਉਂਦਾ ਤੇ ਉਹਨੂੰ ਕੋਈ ਇੱਦਾਂ ਦੀ ਗੈਬੀ ਸ਼ਕਤੀ ਦੇ ਨਾਲ ਉਹਨੂੰ ਚੇਂਜ ਲਿਆਂਦੀ ਜਾਂਦੀ। ਹਰਿਮੰਦਰ ਸਾਹਿਬ ਬਾਰੇ ਵੀ ਤੇ ਇਹੋ ਜਿਹੀਆਂ ਗੱਲਾਂ ਆਉਂਦੀਆਂ। ਨਹੀਂ, ਉਹ ਦੇਖੋ ਮੈਂ ਵੀਲਚੇਅਰ ਤੇ ਆਇਆ, ਮੈਂ ਤੁਹਾਨੂੰ ਦੱਸਦਾ, ਉੱਥੇ ਇਸ਼ਨਾਨ ਕੀਤਾ, ਉਹ ਠੀਕ ਹੋ ਗਿਆ। ਕੈਂਸਰ ਸੀਗਾ, ਬੈਰੀਏਟਰ ਲਾ ਕੇ ਇਸ਼ਨਾਨ ਕੀਤਾ, ਠੀਕ ਹੋ ਗਿਆ। ਮੈਂ ਤੁਹਾਨੂੰ ਦੱਸਦਾ, ਮੈਂ ਜਾਣਾ ਇੱਕ ਬੰਦੇ ਨੂੰ ਲੈ ਕੇ, ਮੈਂ ਸ਼ੂਟ ਕਰਦਾ ਉੱਥੇ, ਠੀਕ ਹੈ ਜੀ, ਸ਼ੂਟ ਕਰਨਾ ਕਿ ਮੈਂ ਇਹਨੂੰ ਲੈ ਕੇ ਆ ਰਿਹਾ ਜੀ, ਉਹਦੇ ਤੇ ਵੀਲਚੇਅਰ ਤੇ ਇੱਕ ਬੰਦਾ ਖੜਾ ਹੋ ਗਿਆ। ਇੰਡੀਵਿਜੂਅਲ ਲੈਵਲ ਤੇ ਕੋਈ ਚੀਜ਼ ਐਸੀ ਟੈਲੀਕਾਸਟ ਕਰ ਦੇਣੀ ਜਾਂ ਵਾਇਰਲ ਕਰ ਦੇਣੀ ਡਿਫਰੈਂਟ ਚੀਜ਼ ਹੈ, ਲੇਕਿਨ ਕੋਲੈਕਟਿਵ ਲੈਵਲ ਨਹੀਂ, ਮੈਂ ਅਪਰੋਚ ਦੀ ਗੱਲ ਚਮਤਕਾਰੀ ਅਪਰੋਚ ਸਾਰੇ ਧਰਮਾਂ ਦੇ ਵਿੱਚ ਹੈਗੀ ਹੈ ਲੋਕਾਂ ਨੂੰ ਅਟਰੈਕਟ ਕਰਨ ਦੀ ਖਾਤਰ। ਉਹ ਤੁਹਾਡੀ ਗੱਲ ਠੀਕ ਹੈ, ਮੈਂ ਮੰਨਦਾ, ਲੇਕਿਨ ਜਿਹੜੀ ਆਰਗੇਨਾਈਜੇਸ਼ਨ ਲੈਵਲ ਤੇ ਨਾ, ਕਿ SGPC ਨੇ ਇੱਕ ਜੀ ਬੰਦਾ ਬਾਹਰੋਂ ਮੰਗਾਇਆ, ਵੀਲਚੇਅਰ ਤੇ ਮੰਗਾਇਆ ਹਰਿਮੰਦਰ ਸਾਹਿਬ ਕੰਪਲੈਕਸ, ਜਿਹੜਾ ਟਾਸਕ ਫੋਰਸ ਵਾਲੇ ਉਹਨੂੰ ਹਰਿਮੰਦਰ ਸਾਹਿਬ ਦੇ ਅੰਦਰ ਲੈ ਕੇ ਗਏ, ਔਰ ਜਦੋਂ ਹਰਿਮੰਦਰ ਸਾਹਿਬ ਤੋਂ ਉਹਨੇ ਮੱਥਾ ਟੇਕਿਆ, ਇਸ਼ਨਾਨ ਕੀਤਾ, ਬੰਦਾ ਠੀਕ ਹੋ ਗਿਆ। SGPC ਅਗਰ ਆਪਣੀ ਵੈਬਸਾਈਟ ਤੇ ਜਾਂ ਆਪਣੇ ਕਿਸੇ ਚੈਨਲ ਤੇ ਦੱਸਦੀ ਹੈ, ਇੰਡੀਵਿਜੂਅਲ ਲੈਵਲ ਤੇ ਕਈ ਹੋਰ ਹੁੰਦੇ ਜੀ, ਮੈਨੂੰ ਕੈਂਸਰ ਸੀ, ਮੇਰੇ ਫਾਦਰ ਠੀਕ ਹੋ ਗਏ, ਚਲੋ ਉਹ ਡਿਫਰੈਂਟ ਚੀਜ਼ ਹੈ, ਲੇਕਿਨ ਆਹ ਜਿਹੜਾ ਹੋ ਰਿਹਾ ਇਹਨੂੰ ਬੜਾ ਸਟੇਟ ਸਪੋਂਸਰ ਬਣਾ ਕੇ ਇਹਨੂੰ ਇੱਕ ਆਰਕੈਸਟ੍ਰੇਟ ਕਰਕੇ ਦਿਖਾਇਆ ਜਾ ਰਿਹਾ ਹੈਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਠੀਕ ਹੈ ਜੀ। ਬਿਲਕੁਲ ਇੱਕ ਮੈਂ ਗੱਲ ਆਪਣੇ ਦਰਸ਼ਕਾਂ ਦੇ ਨਾਲ ਸਪਸ਼ਟ ਕਰ ਦੇਣੀ ਚਾਹੁੰਦਾ ਜੀ, ਅਸੀਂ ਕਿਸੇ ਵੀ ਧਰਮ ਦੀਆਂ ਇਹੋ ਜਿਹੀਆਂ ਸਰਗਰਮੀਆਂ ਦੀ ਜੇ ਟੀਕਾ ਟਿੱਪਣੀ ਕਰਦੇ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹ ਧਰਮ ਦੇ ਖਿਲਾਫ ਆ।
ਅਸੀਂ ਉਸ ਪਖੰਡ ਦੇ ਜ਼ਰੂਰ ਖਿਲਾਫ ਅਸੀਂ ਪਖੰਡ ਦੇ ਜਿਹੜਾ ਖਿਲਾਫ ਕੀਤਾ ਜਾ ਰਿਹਾ, ਭਾਵੇਂ ਕਿਸੇ ਧਰਮ ਵੱਲੋਂ ਕੀਤਾ ਜਾ ਰਿਹਾ ਹੋਵੇ। ਔਰ ਉਹਦੇ ਪਿੱਛੇ ਜਿਹੜੇ ਪਖੰਡ ਕਰਨ ਵਾਲਿਆਂ ਦੇ ਪਿੱਛੇ ਜਿਹੜੀ ਭਾਵਨਾ ਹੈਗੀ, ਉਹ ਮੰਦ ਭਾਵਨਾ ਜਿਹੜੀ ਆ ਉਹ ਨੰਗੀ ਹੋਣੀ ਚਾਹੀਦੀ ਹੈ। ਔਰ ਉਹੀ ਮੰਦ ਭਾਵਨਾ ਜਿਹੜੀ ਉਹ ਧਰਮ ਪਰਿਵਰਤਨ ਲਈ ਸਹਾਈ ਹੋ ਰਹੀ ਹੈ। ਪੰਜਾਬ ਦੇ ਵਿੱਚ ਜਾਂ ਕਿਤੇ ਵੀ ਹਿੰਦੁਸਤਾਨ ਦੇ ਵਿੱਚ ਜਾਂ ਕਿਸੇ ਵੀ ਹੋਰ ਕੰਟਰੀ ਵਿੱਚ ਜਦੋਂ ਧਰਮ ਪਰਿਵਰਤਨ ਦੀ ਗੱਲ ਆਉਂਦੀ ਹੈ ਤੇ ਉਦੋਂ ਉਹਦੇ ਪਿੱਛੇ ਆਰਥਿਕ ਕਾਰਨ ਵੀ ਹੁੰਦੇ ਆ, ਜਿਹੜੇ ਮੈਂ ਸਮਝਦਾ ਕਿ ਬਹੁਤ ਵੱਡੇ ਆਰਥਿਕ ਕਾਰਨ ਕਰਕੇ ਹੀ ਲੋਕੀ ਜਿਹੜੇ ਆ ਉਹ ਆਪ ਦਾ ਸਾਰਾ ਕੁਝ ਤਿਆਗਣ ਨੂੰ ਤਿਆਰ ਹੋ ਜਾਂਦੇ ਆ। ਉਹ ਕਹਿੰਦੇ ਨਹੀਂ, ਮੇਰਾ ਧਰਮ ਕੋਈ ਨਹੀਂ, ਮੈਨੂੰ ਜਿੱਥੋਂ ਆਰਥਿਕ ਮਦਦ ਮਿਲਦੀ ਹੈਗੀ ਆ, ਮੇਰੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇ ਪ੍ਰਬੰਧ ਹੁੰਦੇ ਆ, ਮੇਰੇ ਬੱਚਿਆਂ ਨੂੰ ਚੰਗੀ ਹੈਲਥ ਦੇ ਪ੍ਰਬੰਧ ਹੁੰਦੇ ਆ, ਉਹਨਾਂ ਦੇ ਕੱਪੜੇ ਸੋਹਣੇ ਪਾਏ ਜਾਂਦੇ ਆ, ਉਹਨਾਂ ਦੇ ਸਿਰ 'ਤੇ ਛੱਤ ਦਾ ਪ੍ਰਬੰਧ ਕਰਤਾ ਜਾਂਦਾ, ਜਿਹੜਾ ਕੋਈ ਕਰ ਜਾਂਦਾ ਮੇਰਾ ਤਾਂ ਧਰਮ ਉਹੀ ਹੈ। ਇਹਦਾ ਮਤਲਬ ਧਰਮ ਜਿਹੜਾ ਵਾ ਉਹ ਰੋਟੀ ਹੈ। ਜੇ ਧਰਮ ਰੋਟੀ ਹੈ ਤੇ ਭਾਈ ਉਹ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਉਹ ਭਾਵੇਂ ਸ਼੍ਰੋਮਣੀ ਕਮੇਟੀ ਪ੍ਰਬੰਧ ਕਰ ਦੇਵੇ, ਭਾਵੇਂ ਕੋਈ ਹਿੰਦੂ ਜਥੇਬੰਦੀ ਪ੍ਰਬੰਧ ਕਰ ਦੇਵੇ, ਤੇ ਭਾਵੇਂ ਕੋਈ ਮੁਸਲਿਮ ਜਥੇਬੰਦੀ ਪ੍ਰਬੰਧ ਕਰ ਦੇਵੇ, ਤੇ ਭਾਵੇਂ ਗਿਰਜਾ ਘਰ ਵਾਲੇ ਕਰ ਦੇਣ, ਇਤਰਾਜ਼ ਤਾਂ ਨਹੀਂ ਹੈਗਾ। ਪਰ ਧਰਮ ਪਰਿਵਰਤਨ ਦੇ ਨਾਂ ਦੇ ਉੱਤੇ ਦੰਗੇ ਕਰਨੇ, ਧਰਮ ਪਰਿਵਰਤਨ ਦੇ ਨਾਂ ਹੇਠ ਜਿਹੜੀਆਂ ਭਾਈਚਾਰਕ ਸਾਂਝਾਂ ਹੈਗੀਆਂ, ਤੰਦਾਂ ਹੈਗੀਆਂ, ਪੀੜ੍ਹੀਆਂ ਹੋਣੀਆਂ ਚਾਹੀਦੀਆਂ ਸੀ, ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨੀ, ਅਨਰੈਸਟ ਪੈਦਾ ਕਰਨੀ, ਇਹ ਪੰਜਾਬ ਵਾਸਤੇ ਵੀ ਤੇ ਭਾਈਚਾਰੇ ਵਾਸਤੇ ਵੀ ਤੇ ਹੋਰ ਦੁਨੀਆ ਸਾਰੀ ਲਈ ਇਹ ਮੰਦਭਾਗੀਆਂ ਹੈਗੀਆਂ ਘਟਨਾਵਾਂ। ਜਿਹਦੇ 'ਚ ਸਮਾਂ ਕੱਢਿਆ ਔਰ ਬੜੀ ਬੇਬਾਕੀ ਦੇ ਨਾਲ ਸਾਰੀਆਂ ਗੱਲਾਂ ਕੀਤੀਆਂ। ਅੱਜ ਮੈਨੂੰ ਲੱਗਦਾ ਅਸੀਂ ਚੰਗੀਆਂ ਤਿੱਖੀਆਂ ਗੱਲਾਂ ਕਰ ਗਏ। ਸਾਡੀ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਹੈ? ਜੇ ਹੋ ਸਕਦਾ ਚੁੱਭਵੀਆਂ ਗੱਲਾਂ ਹੋਣ, ਗੱਲਬਾਤ ਦੇ ਮੁੱਦੇ ਜਿਹੜੇ ਸੀ ਅਸੀਂ ਬੜੇ ਸੰਵੇਦਨ ਲਏ ਹੈਗੇ ਆ। ਸਾਨੂੰ ਤੁਹਾਡੀ ਫੀਡਬੈਕ ਦੀ ਉਡੀਕ ਰਹੇਗੀ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ।